ਮਿੱਟੀ ਦਾ ਮਾਧੋ। ਉਸ ਦਿਨ ਦਫ਼ਤਰ ਆਉਂਦੇ ਹੀ ਹੋਸ਼ ਜਾਂਦੀ ਰਹੀ। ਲੈਬਾਰਟਰੀ ਦੇ ਥੜੇ 'ਤੇ ਛੱਜੂ ਚੌਂਕੀਦਾਰ ਮੋਇਆ ਪਿਆ ਸੀ। ਅੰਦਾਜ਼ਾ ਸੀ ਰਾਤ ਪਹਿਰਾ ਦਿੰਦੇ ਸੱਪ ਲੜਿਆ ਅਤੇ ਮਰ ਗਿਆ। ਅਧਿਆਪਕ ਅਮਲਾ ਅਤੇ ਸਾਇੰਸ ਫੈਕਲਟੀ ਦੇਰ ਨਾਲ ਆਉਂਦੀ ਸੀ। ਦਫ਼ਤਰੀ ਅਮਲਾ ਅਤੇ ਸੇਵਾਦਾਰ ਛੱਜੂ ਦਾ ਜਿਸਮ ਨੀਲਾ ਅਤੇ ਖੱਬੀ ਨਾਸ ਵਿੱਚੋਂ ਸਿੰਮੇ ਲਹੂ ਦੀ ਲਾਖੀ ਰੰਗਤ ਤੋਂ ਸੱਪ ਲੜਨ ਬਾਰੇ ਅੰਦਾਜ਼ਾ ਲਗਾ ਰਹੇ ਸਨ। ਦੂਜੇ ਵਿਭਾਗਾਂ ਦੇ ਕਰਮਚਾਰੀ ਮੋਏ ਛੱਜੂ ਨੂੰ ਕਾਹਲੀ ਨਾਲ ਦੇਖਦੇ ਅਤੇ ਪਰਤ ਜਾਂਦੇ। ਕੁਝ ਸਮਾਂ ਪਹਿਲਾਂ ਹੀ ਚੀਫ ਬਦਲਿਆ ਸੀ। ਉਸ ਦੇ ਸਖਤ ਰਵੱਈਏ ਨੇ ਹੇਠਲੇ ਤਬਕੇ ਦੇ ਕਰਮਚਾਰੀਆਂ ਦੇ ਨਾਸੀਂ ਸਮੇਂ ਸਿਰ ਆਉਣ ਦਾ ਧੂੰਆਂ ਦੇ ਰੱਖਿਆ ਸੀ। ਇਸ ਲਈ ਮਰਨ ਵਾਲਾ ਤਾਂ ਮਰ ਗਿਆ, ਆਪਾਂ ਕਿਉਂ ਮਰੀਏ ਸੋਚ ਇੱਕ ਤਰ੍ਹਾਂ ਖਿਸਕ ਰਹੇ ਸਨ। ਸਾਇੰਸ ਇੰਸਟੀਚਿਊਟ ਦਾ ਇਹ ਵੱਡਾ ਅਦਾਰਾ ਸੀ। ਅਨੇਕਾਂ ਲੈਬਾਰਟਰੀਆਂ, ਪ੍ਰਯੋਗਸ਼ਾਲਾਵਾਂ, ਖੋਜ ਕੇਂਦਰ ਅਤੇ ਅਧਿਆਪਨ ਵਿਭਾਗ, ਗਿਆਨ ਵਿਭਾਗ ਅਤੇ ਨਵੀਆਂ ਕਾਢਾਂ ਲਈ ਹਜ਼ਾਰਾਂ ਵਿਦਿਆਰਥੀ ਅਤੇ ਖੋਜੀ ਵਿੱਦਿਆ ਲਈ ਆਉਂਦੇ, ਉੱਚੀਆਂ ਡਿਗਰੀਆਂ ਲੈ ਕੇ ਮੁੜਦੇ। ਪ੍ਰਸਿੱਧ ਵਿਦਵਾਨ, ਸਾਇੰਸਦਾਨ ਅਤੇ ਅਧਿਆਪਕ ਵਿੱਦਿਆ ਦਾ ਚਾਨਣ ਵੰਡਦੇ। ਹਜ਼ਾਰਾਂ ਕਰਮਚਾਰੀ ਕੰਮ ਕਰਦੇ। ਪੂਰੇ ਸੂਬੇ ਵਿੱਚ ਅਦਾਰੇ ਦਾ ਨਾਂ ਸੀ, ਗਿਆਨ ਦੇ ਪਸਾਰੇ ਵਜੋਂ ਵੀ ਅਤੇ ਸੁੰਦਰ ਦਿੱਖ ਵਜੋਂ ਵੀ। ਗਗਨ ਛੂੰਹਦੀਆਂ ਇਮਾਰਤਾਂ, ਸੁੰਦਰ ਫੁੱਲ ਬੂਟੇ, ਲਾਅਨ, ਅਦਭੁਤ ਦਿੱਖ ਵਾਲੇ ਰੁੱਖ, ਪਗਡੰਡੀਆਂ, ਗਿਆਨ ਮੀਮਾਂਸਾ ਦੇ ਅਖੁੱਟ ਭੰਡਾਰ, ਜਿਨ੍ਹਾਂ ਦੀ ਦੂਰ ਦੂਰ ਤੱਕ ਪ੍ਰਸਿੱਧੀ ਅਤੇ ਕੀਰਤੀ ਸੀ। ਕੁਝ ਸਮਾਂ ਪਹਿਲਾਂ ਹੀ ਮੈਨੂੰ ਅਦਾਰੇ 'ਚ ਆਰਟਿਸਟ ਦੀ ਮਾਮੂਲੀ ਨੌਕਰੀ ਮਿਲੀ ਸੀ। ਬੇਸ਼ੱਕ ਕਲਾ ਦੇ ਖੇਤਰ ਵਿੱਚ ਮੇਰਾ ਥੋੜ੍ਹਾ ਬਹੁਤ ਨਾਂ ਸੀ, ਪਰ ਨੌਕਰੀ ਦੇਣ ਸਮੇਂ ਹਿਦਾਇਤ ਕੀਤੀ ਗਈ ਸੀ, ਮਿਸਟਰ ਵਿਰਦੀ, ਟਿਕੇ ਰਹਿਣਾ ਤਾਂ ਕੰਮ ਅਤੇ ਸਿਰਫ ਕੰਮ। ਫਾਲਤੂ ਕੁੱਤੇ ਝਾਕ ਬੰਦ। ਪੇਂਟਿੰਗਾਂ ਦੀਆਂ ਨੁਮਾਇਸ਼ਾਂ, ਮੀਡੀਏ 'ਚ ਜ਼ਿਕਰ, ਆਪਣੀ ਕਲਾ ਵਿੱਚ ਖਾਸ ਸ਼ੈਲੀ ਦਾ ਵਿਖਾਲਾ ਕੀਤਾ ਤਾਂ ਅਦਾਰੇ 'ਚੋਂ ਬਾਹਰ। ਮੈਨੂੰ ਥੜੇ ਲਾਗ ਖਲੋਤਾ ਦੇਖ ਜੋਸ਼ੀ ਸਾਹਿਬ ਕਾਰ 'ਚੋਂ ਉਤਰੇ। ਮੇਰੇ ਹਮਦਰਦ ਜੂਆਲਜੀ ਦੇ ਮੁਖੀ ਅਤੇ ਪ੍ਰੋਫੈਸਰ ਸਨ। ਕੀ ਹੋਇਆ? ਜੀ ਸ਼ਾਇਦ ਸੱਪ ਲੜ ਗਿਆ। ਇਹ ਉਹੀ ਹੈ ਨਾ ਜਿਹੜਾ ਮਾਲੀਆਂ ਮੂਲੀਆਂ ਦੀ ਧਰਨ ਕੱਢਦਾ ਸੀ? ਜੀ ਛੱਜੂ। ਵਿਰਦੀ ਭਲਾ ਤੂੰ ਇੱਥੇ ਕਿਉਂ ਖੜਾ? ਜੀ ਮੈਂ ਤਾਂ ਬੰਦੇ ਦੇਖ ਕੇ ਆ ਗਿਆ, ਪਰ ਇਹਨੂੰ ਕੋਈ ਚੁੱਕ ਹੀ ਨਹੀਂ ਰਿਹਾ। ਇੰਜ ਕਿਵੇਂ ਚੱਕ ਲੈਣਗੇ? ਪੁਲਿਸ ਆਏਗੀ, ਮੁਆਇਨਾ ਹੋਏਗਾ। ਕਿਸੇ ਨੂੰ ਦੱਸਾਂ ਜੀ? ਤੂੰ ਹਾਜ਼ਰੀ ਲਗਾਈ? ਜੀ ਨਹੀਂ। ਹਾਜ਼ਰੀ ਲਗਾ ਭਾਈ, ਕਿਤੇ ਆਪਦੀ ਨਾ ਧਰਨ ਪਵਾ ਲਈ। ਹੁਣ ਤਾਂ ਇਹ ਧਰਨ ਕੱਢਣ ਵਾਲਾ ਵੀ ਨਹੀਂ ਰਿਹਾ। ਜੋਸ਼ੀ ਸਾਹਿਬ ਦਾ ਝਿੜਕਿਆ ਮੈਂ ਚਲਾ ਤਾਂ ਆਇਆ, ਪਰ ਕੰਮ ਵਿੱਚ ਦਿਲ ਨਾ ਲੱਗਾ। ਕੁਝ ਸਕੈਚ ਪੈਂਡਿੰਗ ਪਏ ਸਨ। ਲੱਗਾ ਗਲਤ ਬਣ ਜਾਣਗੇ। ਟੇਬਲ ਤੋਂ ਉੱਠ ਮੈਂ ਆਫਿਸ ਵੱਲ ਚਲਾ ਆਇਆ। ਛੱਜੂ ਬਾਰੇ ਗੱਲ ਕੀਤੀ। ਦਫ਼ਤਰ ਲਈ ਆਮ ਜਿਹੀ ਘਟਨਾ ਸੀ। ਸਟੈਨੋ 4 ਵੀ ਕਿਹਾ। ਉਹਨੂੰ ਅਫਸੋਸ ਸੀ ਉਹਦੀ ਨਵੀਂ ਸਾੜੀ ਦੀ ਚਰਚਾ ਛੱਜੂ ਦੀ ਮੌਤ ਵਿੱਚ ਹੀ ਰੁਲ ਗਈ। ਦੁਪਹਿਰੇ ਸੇਵਾਦਾਰ ਬੁੱਧੀਏ ਖਬਰ ਦਿੱਤੀ, ਲਾਸ਼ ਲੈ ਗਏ। ਕੱਚਾ ਸੀ, ਇਸ ਲਈ ਕੰਡੋਲੈਂਸ ਵਾਲੀ 2 ਘੰਟੇ ਦੀ ਛੁੱਟੀ ਵੀ ਗਈ। ਕੋਈ ਮਰੇ ਯਾਰ, ਛੁੱਟੀ ਤਾਂ ਹੋਣੀ ਚਾਹੀਦੀ ਹੈ। ਛੁੱਟੀ ਨਾ ਹੋਣ ਦਾ ਸਾਰਿਆਂ ਨੂੰ ਦੁੱਖ ਹੋਇਆ। ਖਿੱਚ ਖਿੱਚ ਉੱਚੀ ਹੋਈ ਤੇ ਹੈੱਡ ਸਾਹਿਬ ਤਲਖੀ ਨਾਲ ਬਾਹਰ ਆਏ। ਕੀ ਮਾਜਰਾ ਬਈ, ਜ਼ਿਆਦਾ ਹੇਜ ਹੈ? ਸ਼ਾਰਟ ਲੀਵ ਲਓ ਤੇ ਜਾਓ। ਚੌਂਕੀਦਾਰ ਹੀ ਮਰਿਆ, ਕੋਈ ਰੱਬ ਤਾਂ ਨਹੀਂ ਮਰ ਗਿਆ? ਘੁਰਕੀ ਨਾਲ ਜਿਵੇਂ ਹੀ ਚੁੱਪੀ ਛਾਈ, ਛੱਜੂ ਮੇਰੇ ਜੇਨ 'ਚ ਤੜਫਣ ਲੱਗਾ। ਸ਼ਾਮ ਦੀ ਛੁੱਟੀ ਵੇਲੇ ਮੈਂ ਸਭ ਤੋਂ ਪਿੱਛੋਂ ਨਿਕਲਦਾ ਸੀ। ਉਸ ਦਿਨ ਪਹਿਲੋਂ ਹੀ ਚਲਾ ਆਇਆ। ਘਰ ਆ ਕੇ ਵੀ ਛੱਜੂ ਭੁੱਲਿਆ ਨਹੀਂ ਤਾਂ ਮੈਂ ਇਹਦੇ ਕਾਰਨ ਤਲਾਸ਼ ਕਰਨ ਲੱਗਾ। ਇੱਕ ਕਾਰਨ ਸ਼ਾਇਦ ਟਰੇਡ ਯੂਨੀਅਨਾਂ ਦੇ ਉਸ ਸਫ਼ਰ ਵਿੱਚ ਪਿਆ ਸੀ ਜਿਨ੍ਹਾਂ ਵਿੱਚ ਮੈਂ ਲੰਮਾ ਸਮਾਂ ਕੰਮ ਕੀਤਾ। ਅਦਾਰੇ ਦੀ ਵਰਕਰ ਯੂਨੀਅਨ ਨੂੰ ਹੁਣ ਵੀ ਭੁਲੇਖਾ ਸੀ ਸ਼ਾਇਦ ਮੈਂ ਹਲੇ ਵੀ ਜ਼ਿੰਦਾਬਾਦ ਮੁਰਦਾਬਾਦ ਕਰਨ ਨਾਲ ਵਾਬਸਤਾ ਹਾਂ, ਜਦਕਿ ਮੈਂ ਕਾਫੀ ਚਿਰ ਪਹਿਲਾਂ ਜਾਤੀ ਸੂਚਕ ਵਿਤਕਰੇ ਕਾਰਨ ਯੂਨੀਅਨ ਤਿਆਗ ਚੁੱਕਾ ਸਾਂ। ਫਿਰ ਵੀ ਕੁਝ ਦਿਨ ਪਹਿਲਾਂ ਇੱਕ ਗੇਟ ਰੈਲੀ ਦੌਰਾਨ ਮੈਨੂੰ ਖੜੋਤਾ ਦੇਖ ਮੇਰੇ ਕੀਤੇ ਕਾਰਨਾਮਿਆਂ ਨੂੰ ਨੇਤਾਗਰੀ ਦੇ ਰੂਪ ਵਿੱਚ ਉਛਾਲਿਆ ਗਿਆ ਸੀ। ਸ਼ਾਇਦ ਇਸੇ ਕਾਰਨ ਛੱਜੂ ਮੇਰੇ ਜੇਨ ਵਿੱਚ ਸਿਰ ਚੁੱਕ ਰਿਹਾ ਸੀ। ਅਗਲੇ ਦਿਨ ਪਤਾ ਲੱਗਾ ਲਾਸ਼ ਬਿਨਾਂ ਕਿਸੇ ਕਾਰਵਾਈ ਵਾਰਸਾਂ ਹਵਾਲੇ ਕਰ ਦਿੱਤੀ ਗਈ ਸੀ। ਮੈਂ ਆਰਟ ਬਲਾਕ ਦੇ ਪੋਰਚ ਵਿੱਚ ਹੀ ਸਾਂ ਜਾਂ ਜੋਸ਼ੀ ਸਾਹਿਬ ਫਿਰ ਮਿਲੇ। ਮੈਨੂੰ ਉਦਾਸ ਦੇਖ ਪੁੱਛਿਆ, ਕੀ ਗੱਲ ਵਿਰਦੀ, ਅੱਜ ਆਪ ਸੱਪ ਲੜਾਈ ਫਿਰਦਾ?
ਨਹੀਂ ਸਰ, ਐਸੀ ਗੱਲ ਨਹੀਂ। ਦੇਖ, ਮੈਂ ਜਦ ਨਵਾਂ ਨਵਾਂ ਆਇਆ ਸੀ ਤੇਰੇ ਵਾਂਗੂ ਹੀ ਸੋਚਦਾ ਸੀ, ਫਿਰ ਆਹਿਸਤਾ ਆਹਿਸਤਾ ਸਭ ਭੁੱਲ ਗਿਆ। ਸਰ, ਮਰਨ ਤੋਂ ਬਾਅਦ ਨੌਕਰੀ ਵਾਲੇ ਦੇ ਪਰਿਵਾਰ ਨੂੰ ਕੁਝ ਮਿਲਦਾ ਨਹੀਂ? ਕਿਉਂ ਨਹੀਂ, ਪਰ ਉਹਦੇ ਲਈ ਪੱਕੇ ਹੋਣਾ ਜ਼ਰੂਰੀ ਹੈ। ਜੀ ਛੱਜੂ ਗਰੀਬ ਦਾ ਕੁਝ ਬਣੂ? ਗੱਲ ਅਮੀਰ ਗਰੀਬ ਦੀ ਨਹੀਂ, ਕਾਨੂੰਨ ਦੀ ਆ। ਵਿਰਦੀ, ਤੂੰ ਆਰਟਿਸਟ ਹੋ ਕੇ ਕਿਹੜੇ ਕੰਮਾਂ 'ਚ ਪੈ ਗਿਆ? ਭਵਿੱਖ ਵੱਲ ਵੇਖ, ਤੂੰ ਮੋਇਆ ਵੱਲ ਕਾਹਤੋਂ ਦੇਖਦਾ? ਮੋਇਆ ਪਿੱਛਾ ਨਹੀਂ ਛੱਡ ਰਿਹਾ ਸਰ। ਮੈਂ ਹੌਕਾ ਲਿਆ। ਦੁਪਹਿਰੇ ਛੁੱਟੀ ਵੇਲੇ ਮੈਂ ਉਦਾਸ ਜੇ ਮਨ ਕੈਂਟੀਨ ਦੇ ਪਿੱਛੇ ਤਾਸ਼ ਖੇਡਦੇ ਯੂਨੀਅਨ ਪ੍ਰਧਾਨ ਕੋਲ ਜਾ ਖੜਿਆ। ਛੱਜੂ ਬਾਰੇ ਕਿਹਾ ਤਾਂ ਪ੍ਰਧਾਨ ਤੜਪ ਉੱਠਿਆ। ਸਵਾਲ ਹੀ ਨਹੀਂ ਪੈਦਾ ਹੁੰਦਾ ਵਿਰਦੀ, ਬੱਚਾ ਤੂੰ ਕਿਹਦੀ ਵਕਾਲਤ ਕਰਨ ਆ ਗਿਆ? ਉਸ ਡੇਲੀ ਵੇਜਸ ਦੀ? ਦੇਖ, ਪਹਿਲੀ ਗੱਲ ਉਹ ਰੈਗੂਲਰ ਨਹੀਂ, ਦੂਜਾ ਵਿਰੋਧੀ ਧੜੇ ਨੇ ਰਖਵਾਇਆ, ਤੀਜਾ ਤੂੰ ਕੱਲ੍ਹ ਆਇਆ ਅੱਜ ਨੇਤਾਗਿਰੀ ਵੀ ਕਰਨ ਲੱਗ ਗਿਆ। ਕੋਈ ਨੇਤਾਗਿਰੀ ਨਹੀਂ, ਮੈਂ ਤਾਂ ਵਰਕਰ ਨੂੰ ਜਾਣਦਾ ਵੀ ਨਹੀਂ, ਡਿਊਟੀ 'ਤੇ ਮਰਿਆ, ਸੋਚਦਾ ਮਦਦ ਹੋਣੀ ਚਾਹੀਦੀ ਆ। ਯੂਨੀਅਨ ਮੇਰੇ ਘਰ ਦੀ ਆ, ਉਹ ਤੜਪ ਕੇ ਬੋਲਿਆ। ਚਲੋ ਠੀਕ ਹੈ, ਮੈਂ ਅਰਜੀ ਲਿਖ ਕੇ ਲਿਆਇਆ, ਤੁਸੀਂ ਉਸ 'ਤੇ ਲਿਖ ਦਿਓ ਮਦਦ ਨਹੀਂ ਹੋ ਸਕਦੀ। ਕੋਈ ਹੋਰ ਉਪਾਅ? 20 ਸਾਲ ਹੋ ਗਏ ਝੱਖ ਮਾਰਦਿਆਂ, ਕੀਸੀ ਕਰਕੇ ਉੱਪੜਿਆ ਇੱਥੇ, ਲਿਖ ਕੇ ਹੱਥ ਵੱਢ ਲਵਾਂ, ਕੱਲ੍ਹ ਨੂੰ ਉਸੇ ਧੜੇ ਦੀ ਲੋੜ ਪੈ ਗਈ ਫੇਰ। ਕਮਾਲ ਹੈ ਵੀਰ ਜੀ, ਇਹ ਤਾਂ ਦੂਰੀ ਨੀਤੀ ਹੋਈ। ਫਿਰ ਨੀਤੀ ਦੇਖਾਂ ਕਿ ਯੂਨੀਅਨ ਚਲਾਵਾਂ? ਪਰ ਦੋਗਲੇ ਹੋਣਾ ਤਾਂ ਕਾਮਰੇਡੀ ਸਿਧਾਂਤ ਨਹੀਂ। ਅਦਾਰੇ 'ਚ ਪਹਿਲਾਂ ਸਾਹ ਲੈਣਾ ਤਾਂ ਸਿੱਖ ਵਿਰਦੀ, ਫਿਰ ਸਿਧਾਂਤ ਵੀ ਸਿਖਾ ਲਈ। ਮੈਂ ਧੁਰ ਤੱਕ ਕੰਬ ਗਿਆ। ਯੂਨੀਅਨ 'ਚ ਕੰਮ ਕੀਤਾ, 20 ਮਤਭੇਦ ਹੋਏ, ਹਾਰ ਜਿੱਤ ਵੀ ਹੋਈ, ਪਰ ਦੋਗਲੇ ਹੋਣਾ ਸਭ ਤੋਂ ਵੱਡੀ ਲਾਹਨਤ ਸਮਝੀ। ਪ੍ਰਧਾਨ ਜੀ, ਦੁੱਖ ਹੋਇਆ ਤੁਹਾਡੀ ਨੀਤੀ ਬਾਰੇ ਸੁਣ ਕੇ। ਸਾਲ 6 ਮਹੀਨੇ ਰੁਕ ਵਿਰਦੀ, ਫਿਰ ਕਰਦੇ ਹਾਂ ਗੱਲ। ਫਿਰ ਕਿਉਂ? ਤੇਰੇ ਵਰਗੀ ਨਵੀਂ ਸੱਸ ਬਹੂ ਨੂੰ ਕਹਿੰਦੀ, ਮਾਂ ਜੀ ਘਰ 'ਚ ਬੋ ਹੈ ਬਹੁਤ, ਕਹਿੰਦੀ ਤੂੰ ਆ ਗਈ ਪੁੱਤ, ਹੁਣ ਬੋ ਵੀ ਜਾਂਦੀ ਰਹੂ। ਸਾਲ ਬਾਅਦ ਖੁਦ ਆਦੀ ਹੋ ਗਈ, ਕਹਿੰਦੀ ਦੇਖਿਆ ਚੱਕ ਦਿੱਤੀ ਨਾ ਬੋ। ਤਾਸ਼ ਵਾਲੀ ਮੰਡਲੀ ਜ਼ੋਰ ਨਾਲ ਹੱਸੀ। ਅਗਲੇ ਦਿਨ ਹੋਰ ਉਦਾਸੀ ਵਾਲੀ ਖਬਰ ਮਿਲੀ। ਪਤਾ ਲੱਗਾ ਸਰੀਰ ਵਿੱਚ ਜ਼ਹਿਰ ਫੈਲ ਜਾਣ ਕਾਰਨ ਇਸ਼ਨਾਨ ਵੇਲੇ ਛੱਜੂ ਦੀ ਚਮੜੀ ਉਤਰਨ ਲੱਗੀ। ਖੱਫਣ ਪਾਉਣ ਦੀ ਵੀ ਜਾਹ ਨਾ ਰਹੀ। ਪਿੰਡ ਨੇ ਫੱਟੇ ਸਮੇਤ ਹੀ ਫੂਕ ਦਿੱਤਾ। ਸੁਣ ਕੇ ਧੁਰ ਅੰਦਰ ਤੱਕ ਕਿਤੇ ਪੀੜ ਹੋਈ। ਕੁਝ ਵੀ ਸੀ, ਹੌਕੇ ਤੋਂ ਵੱਧ ਮੇਰੇ ਕੋਲ ਕੁਝ ਵੀ ਨਹੀਂ ਸੀ। ਸ਼ੌਕੀਆ ਆਰਟ ਨੇ ਮੈਨੂੰ ਜਿੰਨਾ ਉਛਾਲਿਆ ਸੀ, ਘਰ ਦੀ ਹਾਲਤ ਓਨੀ ਹੀ ਖਸਤਾ ਹਾਲ ਰਹੀ ਸੀ। ਅਦਾਰੇ 'ਚ ਨੌਕਰੀ ਮਿਲਣ 'ਤੇ ਰਾਹਤ ਦੀ ਕੁਝ ਆਸ ਬੱਝੀ ਸੀ, ਪਰ ਕੱਚੇ ਹੋਣ ਨੇ ਮੈਨੂੰ ਵੀ ਛੱਜੂ ਦੀ ਥਾਵੇਂ ਲਿਆ ਖੜਾ ਕੀਤਾ ਸੀ। ਛੱਜੂ ਦੀ ਮੌਤ ਤੋਂ ਮੈਂ ਇੰਨਾ ਦਹਿਲ ਗਿਆ ਕਿ ਸਾਰਾ ਦਿਨ ਆਪਣੀ ਚਮੜੀ ਟੋ-ਟੋ ਵੇਖਦਾ ਰਿਹਾ। ਸ਼ਾਮੀ ਗੇਟ 'ਤੇ ਵਿਦਿਆਰਥੀ ਛਬੀਲ ਦਾ ਸ਼ਰਬਤ ਪਿਲਾ ਰਹੇ ਸਨ। ਮੈਂ ਬਚ ਕੇ ਨਿਕਲਣ ਦਾ ਯਤਨ ਕੀਤਾ ਹੀ ਸੀ ਜਾਂ ਕਿਸੇ ਨੇ ਮੋਢੇ 'ਤੇ ਹੱਥ ਧਰਿਆ। ਸਾਬਕਾ ਯੂਨੀਅਨ ਪ੍ਰਧਾਨ ਸ਼ੋਰੀ ਸੀ। ਹੋਰ ਜੀ ਵਿਰਦੀ ਸਾਹਿਬ, ਕਿਵੇਂ ਹੋ? ਉਸ ਹੱਥ ਅੱਗੇ ਕੀਤਾ। ਜੀ ਮਿਹਰਬਾਨੀ। ਆਇਆ ਨਹੀਂ ਪ੍ਰਧਾਨ ਲੱਤ ਹੇਠ? ਕਿਸ ਮਾਮਲੇ 'ਚ? ਮੈਨੂੰ ਬੁਰਾ ਲੱਗਿਆ। ਉਹ ਡੇਲੀ ਵੇਜਸ ਵਾਲੇ ਦੇ ਮਾਮਲੇ 'ਚ? ਜੀ ਮੈਂ ਸਮਝਿਆ ਨਹੀਂ। ਯਾਰ, ਇੱਕ ਫੁੜਕ ਨਹੀਂ ਗਿਆ ਸੀ ਪਰਸੋਂ ਡੇਲੀ ਵੇਜਸ ਵਾਲਾ, ਜਿਹਦੇ ਬਾਰੇ ਪ੍ਰਧਾਨ ਨੂੰ ਮਿਲਿਆ ਤੂੰ? ਅੱਛਾ, ਉਹ ਛੱਜੂ ਚੌਕੀਦਾਰ? ਮੈਂ ਹੈਰਾਨੀ ਦਾ ਵਿਖਾਲਾ ਕੀਤਾ ਤੇ ਸੋਚਿਆ ਇਹਨੂੰ ਕਿਵੇਂ ਪਤਾ ਲੱਗ ਗਿਆ। ਨਾਂ ਨੂੰ ਛੱਡੋ ਜੀ, ਸੀ ਤਾਂ ਮਸਟਰੋਲ ਕੈਟਾਗਰੀ ਦਾ। ਵੈਸੇ ਉਹ ਯੂਨੀਅਨ ਏਜੰਡੇ 'ਚ ਤਾਂ ਨਹੀਂ ਆਉਂਦਾ, ਪਰ ਜੇ ਤੁਸੀਂ ਕਹੋ ਤਾਂ ਕਰ ਦਿੰਦੇ ਹਾਂ ਮੰਜੀ ਖੜੀ। ਕਿਹਦੀ ਮੰਜੀ? 20 ਸਾਲ ਪ੍ਰਧਾਨਗੀ ਕੀਤੀ ਹੈ ਵਿਰਦੀ ਸਾਹਿਬ, ਹਿੱਕ ਠੋਕ ਕੇ। ਬਾਂਸਲ ਵਾਂਗੂ ਲੱਤਾਂ 'ਚ ਪੂਛ ਲੈ ਕੇ ਨਹੀਂ ਕੀਤੀ। ਤੁਸੀਂ ਅੱਧੇ ਮੂੰਹ ਸਾਡੇ ਖੇਮਿਆਂ ਲਾਓ, ਆਪਾਂ ਸਵੇਰੇ ਚੱਕ ਦਿੰਦੇ ਹਾਂ ਗੇਟ ਰੈਲੀ। ਕੀ ਮਦਦ ਹੋਊਗੀ ਛੱਜੂ ਦੀ? ਮਦਦ ਨੂੰ ਛੱਡੋ ਜੀ, ਮਰੇ ਦੀ ਕੀ ਮਦਦ? ਪਰ ਮੁੱਦਾ ਛੱਜੂ ਦਾ ਹੀ ਹੋਊਗਾ। ਮੈਂ ਸਮਝਿਆ ਨਹੀਂ। ਦੇਖੋ, ਆਪਾਂ ਰੱਖਾਂਗੇ ਸਾਫ਼ ਸਫਾਈ ਦਾ ਮੁੱਦਾ, ਬਈ ਘਾਹ ਫੂਸ ਕਾਰਨ ਸੱਪ ਲੜਿਆ। ਆਪਣੀ ਹੋਏਗੀ 10 ਵਰਕਰ ਹੋਰ ਰੱਖਣ ਦੀ ਡਿਮਾਂਡ। ਅਥਾਰਟੀ 10 ਰੱਖਦੀ ਆ ਤਾਂ 2 ਤੁਹਾਡੇ, 5 ਰੱਖਦੀ ਆ ਤਾਂ 1 ਤੁਹਾਡਾ, ਬਾਕੀ ਸਾਡੇ। ਪਰ ਇੱਕ ਗੱਲ ਪਹਿਲਾਂ, ਵੱਖਰੀ ਪੋਲੀਟਿਕਸ ਨਹੀਂ। ਇਸ ਨਾਲ ਛੱਜੂ ਨੂੰ ਕੀ ਮਿਲਿਆ? ਮਿਲਿਆ ਕਿਉਂ ਨਹੀਂ? ਜਿਹਨੂੰ ਨੌਕਰੀ ਮਿਲੂ ਕੁਝ ਤਾਂ ਝੜੂਈ। ਥੋੜਾ ਯੂਨੀਅਨ ਫੰਡ, ਬਾਕੀ ਛੱਜੂ ਦੇ ਪਰਿਵਾਰ ਨੂੰ। ਜੇ ਆਪਾਂ ਸਿਰਫ ਛੱਜੂ 'ਤੇ ਫੋਕਸ ਕਰੀਏ। ਵਿਰਦੀ ਸਾਹਿਬ, ਕਿਹੜੀ ਯੂਨੀਅਨ ਵਿੱਚ ਰਹੇ ਤੁਸੀਂ? ਇੱਥੇ ਜਿਉਂਦਿਆਂ ਨਾਲ ਨਹੀਂ ਖੜਦਾ ਕੋਈ, ਤੁਸੀਂ ਮੋਏ ਦੀ ਡਫਲੀ ਚੱਕੀ ਫਿਰਦੇ ਹੋ। ਅਦਾਰੇ 'ਚ ਟਿਕਣਾ ਹੈ ਤਾਂ ਆਦਰਸ਼ਵਾਦ ਦਾ ਖਹਿੜਾ ਛੱਡੋ ਮਹਾਰਾਜ। ਮੈਨੂੰ ਅੱਗ ਲੱਗ ਗਈ।
ਮੈਂ ਬਿਨਾਂ ਵਜ੍ਹਾ ਸ਼ਰਬਤ ਦੇ ਕਈ ਗਲਾਸ ਪੀਤੇ ਤੇ ਚਲਾ ਆਇਆ। ਅਦਾਰੇ ਬਾਰੇ ਮੈਂ ਜੋ ਕੁਝ ਸੁਣ ਰੱਖਿਆ ਸੀ ਸਭ ਉਸ ਤੋਂ ਉਲਟ ਦਿਸ ਰਿਹਾ ਸੀ। ਸੁਣਿਆ ਸੀ ਅਧਿਆਪਕ ਅਤੇ ਕਰਮਚਾਰੀ ਬਹੁਤੇ ਕਮਿਊਨਿਸਟ ਵਿਚਾਰਧਾਰਾ ਦੇ ਮੁਦਈ ਸਨ। ਅਦਾਰਾ ਉਹਨਾਂ ਦਾ ਗੜ੍ਹ ਸੀ। ਛੱਜੂ ਦੀ ਮੌਤ ਨੇ ਇੱਕ ਤਰ੍ਹਾਂ ਮੇਰਾ ਭਰਮ ਤੋੜ ਕੇ ਰੱਖ ਦਿੱਤਾ ਸੀ। ਸੋਚਿਆ ਕਿਉਂ ਨਾ ਅਧਿਆਪਕਾਂ ਨਾਲ ਗੱਲ ਕੀਤੀ ਜਾਵੇ। ਗੱਲ ਕੀਤੀ ਤਾਂ ਹੋਰ ਨਿਰਾਸ਼ਾ ਹੋਈ। ਅਧਿਆਪਕ 4 ਗਰੁੱਪਾਂ ਵਿੱਚ ਵੰਡੇ ਹੋਏ ਸਨ, ਸੱਜੇ ਪੱਖੀ, ਖੱਬੇ ਪੱਖੀ, ਗਰਮ ਖਿਆਲੀ ਅਤੇ ਦਲਿਤ। ਆਪਣੇ ਕਿਸੇ ਵਿਦਿਆਰਥੀ ਨੂੰ ਵੀ ਦੂਜੀ ਵਿਚਾਰਧਾਰਾ ਵਾਲੇ ਕੋਲ ਖੜਨਾ ਹੇਠੀ ਸਮਝਦੇ ਸਨ। ਮੈਨੂੰ ਵੀ ਸਿੱਧਾ ਕਿਹਾ, 100% ਮਦਦ ਕਰਾਂਗੇ ਵਿਰਦੀ, ਪਰ ਕੁੜ ਕਿਤੇ ਆਂਡੇ ਕਿਤੇ ਵਾਲਾ ਫਾਰਮੂਲਾ ਨਹੀਂ ਚੱਲਣਾ। ਮਨ ਖੱਟਾ ਹੋ ਗਿਆ। ਕਿਹੜੇ ਪੜ੍ਹੇ ਲਿਖੇ ਲੋਕਾਂ 'ਚ ਫਸ ਗਿਆ। ਇਤਨੀ ਸੰਕੀਰਨਤਾ ਤਾਂ ਅਨਪੜ੍ਹ ਲੋਕਾਂ 'ਚ ਵੀ ਨਹੀਂ ਸੀ। ਦੂਜੇ ਦਿਨ ਇੱਕ ਘਟਨਾ ਹੋਰ ਆ ਰਲੀ। ਚੰਡੀਗੜ੍ਹ ਪੜ੍ਹਦੀ ਮੇਰੀ ਮਸੇਰ ਭੈਣ ਰਿੰਪੀ 2 ਸਹੇਲੀਆਂ ਨਾਲ ਮਿਲਣ ਆ ਗਈ। ਅਸੀਂ ਕਾਫੀ ਹਾਊਸ ਚਲੇ ਆਏ। ਮੈਂ ਰਸਤੇ 'ਚ ਕੁਝ ਵਿੱਥ ਤੇ ਪਿੱਛੇ ਆਉਂਦੀਆਂ ਕੁੜੀਆਂ ਦੀ ਗੱਲਬਾਤ ਸੁਣੀ। ਇੱਕ ਨੇ ਦੂਜੀ ਨੂੰ ਕਿਹਾ, ਕੱਲ ਤੂੰ 17 'ਚ ਕਿੰਨਾ ਫਾਸ਼ ਹੱਸੀ। ਹੋਰ ਕੀ ਕਰਦੀ, ਉਹਨੇ ਗੱਲ ਹੀ ਐਸੀ ਕਹੀ। ਪਰ ਇਹ ਕੋਈ ਹੱਸਣ ਦਾ ਢੰਗ ਸੀ। ਕੀ ਕਰਦੀ ਪਾਗਲੇ, ਤੂੰ ਉਹਨੂੰ ਮਿਸਟਿਕ ਜੀ ਸਮਾਈਲ ਦਿੰਦੀ ਬਸ। ਸੁਣ ਕੇ ਮੈਂ ਸੁੰਨ ਰਹਿ ਗਿਆ। ਮੇਰੇ ਲਈ ਹੱਸਣਾ ਅਦਾਕਾਰੀ ਨਹੀਂ ਸੀ। ਮੈਨੂੰ ਭਰਤ ਮੁਨੀ ਦਾ ਨਟ ਸ਼ਾਸਤਰ ਯਾਦ ਆਇਆ। ਸੋਚਿਆ ਵਿਦਿਅਕ ਅਦਾਰਿਆਂ 'ਚ ਪੜ੍ਹਾਈ ਕੀ ਮਹਿਜ਼ ਅਦਾਕਾਰੀ ਦੀ ਸਿਖਲਾਈ ਸੀ। ਮੈਂ ਆਰਟ ਕਾਲਜ ਵਿੱਚ ਪੜ੍ਹਿਆ। ਕਲਾ ਦੇ ਖੇਤਰ ਵਿੱਚ ਕੁਝ ਨਾਂ ਵੀ ਹੋਇਆ। ਅਜਿਹੀ ਗਿਣਤੀ ਮਿਣਤੀ ਤਾਂ ਕਿਤੇ ਵੀ ਨਹੀਂ ਸੀ। ਮਨ 'ਚ ਚਿੰਤਾ ਬਹਿ ਗਈ। ਐਸੀ ਚਿੰਤਾ ਜਿਸ ਵਿੱਚ ਮੈਂ ਅਦਾਰੇ ਬਾਰੇ ਸੋਚਦਾ ਥੱਕ ਜਾਂਦਾ। ਕਿਤੇ ਸਿਧਾਂਤ ਖੇਮਿਆਂ ਵਿੱਚ ਵੰਡੇ ਹੋਏ ਸਨ, ਕਿਤੇ ਹੱਸਣਾ ਰੋਣਾ ਤੋਲ ਕੇ ਸਿੱਖਿਆ ਜਾ ਰਿਹਾ ਸੀ। ਚਿੰਤਾ ਵੱਧਦੀ ਚਲੀ ਗਈ ਤਾਂ ਮੈਂ ਸੰਕੀਰਨਤਾ ਅਤੇ ਸਿਧਾਂਤਕ ਗਰੁੱਪਾਂ ਦੇ ਖੇਮਿਆਂ ਵਿੱਚ ਵੰਡੇ ਹੋਣ ਦੇ ਅੰਦਰੂਨੀ ਕਾਰਨ, ਅਦਾਰੇ ਦੀ ਬਣਤਰ, ਵਿਉਂਤ ਅਤੇ ਚੁਗਿਰਦੇ 'ਚ ਤਲਾਸ਼ ਕਰਨ ਲੱਗਿਆ। ਮੈਂ ਜਿਵੇਂ ਹੀ ਅਦਾਰੇ ਨੂੰ ਧਿਆਨ ਨਾਲ ਵੇਖਿਆ, ਮੇਰੇ ਸਾਹਮਣੇ ਅਦਾਰੇ ਵਿਚਲੇ ਗਰੁੱਪਾਂ, ਲੋਕਾਂ ਅਤੇ ਸਿਧਾਂਤਾਂ ਦੇ ਖੇਮਿਆਂ 'ਚ ਵੰਡੇ ਹੋਣ ਦੇ ਸਾਰੇ ਰਹੱਸ ਖੁੱਲ੍ਹਦੇ ਚਲੇ ਗਏ। ਮੇਰਾ ਸਿਰ ਚਕਰਾਉਣ ਲੱਗਾ। ਮੈਂ ਦੇਖਿਆ ਅਦਾਰੇ 'ਚ ਜਿੰਨੇ ਵੀ ਰੁੱਖ ਲਾਏ ਗਏ ਸਨ ਸਭ ਪੇਂਦੀ ਸਨ, ਦੋਗਲੀ ਨਸਲ ਦੇ, ਫੁੱਲ ਬੂਟੇ ਵੀ। ਸੋਚਿਆ ਜੇਕਰ ਚੁਗਿਰਦਾ ਦੋਗਲੀ ਕਿਸਮ ਦਾ ਸੀ ਤਾਂ ਬੰਦਿਆਂ ਦਾ ਹੋਣਾ ਵੀ ਬਹੁਤ ਸੁਭਾਵਿਕ ਸੀ। ਕਿਦਵੰਤੀ ਯਾਦ ਆਈ, ਜੈਸੀ ਵਾਸੀ ਤੈਸੀ ਕਾਸੀ। ਇਮਾਰਤਾਂ ਤੱਕ ਗਰੁੱਪਾਂ ਵਿੱਚ ਵੰਡੀਆਂ ਹੋਈਆਂ ਸਨ। ਇੱਕ ਪਾਸੇ ਆਰਟਸ ਬਲਾਕ, ਦੂਜੇ ਪਾਸੇ ਸਾਇੰਸ ਬਲਾਕ। ਹੋਰ ਤਾਂ ਹੋਰ ਰੁੱਖਾਂ ਦੀਆਂ ਕਿਸਮਾਂ ਵੀ ਵੱਖ-ਵੱਖ ਵਿਉਂਤੀਆਂ ਗਈਆਂ ਸਨ। ਕਿਧਰੇ ਅਮਲਤਾਸ, ਕਿਧਰੇ ਬੋਟਲ ਬਰਸ਼, ਕਿਧਰੇ ਅਸ਼ੋਕਾ, ਕਿਤੇ 7 ਪੱਤਰੀ, ਕਿਤੇ ਗੋਲਡ ਨਿਸ਼ਾਵਰ, ਕਿਤੇ ਬੋਗਨਵਿਲੀਆ, ਕਿਤੇ ਇਸ਼ਕ ਪੇਚਾ ਤੇ ਝੁਮਕਾ। ਹਰ ਵੇਲ ਦੇ ਵੱਖਰੇ ਝੁੰਡ ਸਨ। ਹਰ ਚੀਜ਼ ਵੱਖਰੀ। ਇਹਨਾਂ ਪੇਂਦੀ ਰੁੱਖਾਂ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਇਹਨਾਂ ਰੁੱਖਾਂ ਦੀਆਂ ਟਾਹਣੀਆਂ ਦੀ ਦੁਸਾਂਝ ਨਹੀਂ ਸੀ ਫੁੱਟਦੀ। ਇਸ ਲਈ ਇਹਨਾਂ 'ਤੇ ਜਾਨਵਰ ਆਲਣਾ ਨਹੀਂ ਸਨ ਪਾ ਸਕਦੇ। ਰਾਜਨੀਤੀ, ਧਰਮ ਅਤੇ ਤੁਅੱਸੁਬ ਤਾਂ ਵੰਡੇ ਹੋਏ ਸੁਣੇ ਸਨ। ਸਾਇੰਸ, ਵਿਦਿਅਕ ਅਦਾਰੇ, ਇਮਾਰਤਾਂ ਅਤੇ ਵਿਉਂਤ ਵੀ ਵੰਡੀ ਹੋ ਸਕਦੀ ਸੀ, ਪਹਿਲੀ ਵਾਰ ਪਤਾ ਲੱਗਾ। ਮੇਰੇ ਲਈ ਇਹ ਰਹੱਸ ਅਤੇ ਵਰਤਾਰਾ ਬੇਹੱਦ ਪੀੜ ਭਰਿਆ ਸੀ। ਉਸ ਦਿਨ ਤੋਂ ਬਾਅਦ ਮੈਂ ਅਦਾਰੇ ਨਾਲ ਜੁੜੀ ਕਿਸੇ ਵੀ ਘਟਨਾ ਨੂੰ ਛੱਜੂ ਦੀ ਮੌਤ ਅਤੇ ਚੁਗਿਰਦੇ ਦੇ ਪ੍ਰਤੀਕਾਂ 'ਚੋਂ ਦੇਖਣ ਲੱਗਾ। ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਹਰ ਵਿਭਾਗ ਦਾ ਮੁੱਖ ਦੁਆਰ ਬਾਹਰ ਲੰਘਦੇ ਸ਼ਾਹ ਰਾਹ ਤੋਂ ਉਲਟ ਦਿਸ਼ਾ ਵਿੱਚ ਸੀ। ਵਿੰਗ ਵਲੇਵੇਂ ਦੀਆਂ ਸੜਕਾਂ ਰਾਹੀਂ ਹੀ ਕਿਸੇ ਵਿਭਾਗ ਵਿੱਚ ਜਾਇਆ ਜਾ ਸਕਦਾ ਸੀ। ਲੱਗਾ ਜਿਵੇਂ ਇੱਥੇ ਆਉਣ ਲਈ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਇੱਕ ਖਾਸ ਵਿਧੀ ਵਿਧਾਨ ਦੀ ਯੋਗਤਾ ਦੇ ਆਧਾਰ 'ਤੇ ਪ੍ਰਵੇਸ਼ ਪਾ ਸਕਦੇ ਸਨ। ਮਾਮੂਲੀ ਨੌਕਰੀਆਂ ਮਿਲਣ ਤੱਕ ਮੈਂ ਵੀ ਜਾਣ ਚੁੱਕਾ ਸਾਂ। ਇਹ ਵਿਧੀ ਵਿਧਾਨ ਭਾਵੇਂ ਵਿਦਿਅਕ ਡਿਗਰੀਆਂ 'ਤੇ ਆਧਾਰਿਤ ਸੀ, ਪਰ ਕੀਸੀ ਕਰਾਉਣ ਦੇ ਤੁੱਲ ਸੀ। ਮਨ 'ਚ ਆਈ, ਜੇਕਰ ਅਦਾਰੇ ਦੇ ਗੈਰ ਮਾਨਵ ਹਤੈਸ਼ੀ ਰਵੱਈਏ ਅਤੇ ਵਰਤਾਰੇ ਨੂੰ ਇੱਕ ਪੇਂਟਿੰਗ ਰਾਹੀਂ ਦਰਸਾਉਣਾ ਹੋਇਆ ਤਾਂ ਇੱਕੋ ਸਮੇਂ ਕਮਿਊਨਿਸਟ ਵਿਚਾਰਧਾਰਾ, ਗਿਆਨ ਵਿਗਿਆਨ, ਇਮਾਰਤਾਂ ਦੀ ਬੁਲੰਦੀ, ਸਿਧਾਂਤਾਂ ਦੀ ਦੋਗਲੀ ਨੀਤੀ ਅਤੇ ਖੁਦਗਰਜ਼ੀ ਦੀ ਭਾਵਨਾ ਨੂੰ ਕਲਾ ਦੀ ਕਿਹੜੀ ਸ਼ੈਲੀ ਨਾਲ ਚਿਤਰਨਾ ਹੋਏਗਾ। ਮੇਰੇ ਸਾਹਮਣੇ ਇੱਕ ਵਰਕਰ ਦੀ ਮੌਤ ਮਾਮੂਲੀ ਹਲਚਲ ਵੀ ਨਹੀਂ ਸੀ ਪੈਦਾ ਕਰ ਸਕੀ, ਹਾਲਾਂਕਿ ਅਦਾਰੇ ਦੀ ਪੂਰੀ ਫਿਜ਼ਾ ਵਿੱਚ ਕਮਿਊਨਿਸਟ ਵਿਚਾਰਧਾਰਾ ਦੀ ਹਨੇਰੀ ਸੀ। ਮੇਰੀ ਇਹ ਪਰੇਸ਼ਾਨੀ ਪਤਾ ਨਹੀਂ ਕਿਵੇਂ ਜੋਸ਼ੀ ਸਾਹਿਬ ਭਾਂਪ ਗਏ।
ਵਿਰਦੀ, ਕਈ ਦਿਨਾਂ ਤੋਂ ਦੇਖ ਰਿਹਾ ਮੈਂ, ਕੰਮ 'ਚ ਧਿਆਨ ਨਹੀਂ ਦੇਵੇਂਗਾ ਤਾਂ ਨੌਕਰੀ ਤੋਂ ਜਾਏਂਗਾ। ਸਰ, ਮੇਰੇ ਸਾਹਮਣੇ ਛੱਜੂ ਨਹੀਂ, ਇਨਸਾਫ ਮੋਇਆ। ਵਿਰਦੀ, ਹੋਰਨਾਂ ਦੀ ਛੱਡ ਤੇ ਆਪਣੀ ਸੋਚ। ਘਟਨਾ ਪਿੱਛਾ ਨਹੀਂ ਛੱਡ ਰਹੀ ਸਰ। ਫਿਰ ਕੀ ਚਾਹੁੰਦਾ ਤੂੰ? ਪਤਾ ਨਹੀਂ, ਪਰ ਛੱਜੂ ਦੀ ਮੌਤ ਨਾਲ ਖੜਾ ਮੈਂ। ਫੋਕਾ, ਜੀ ਤੁਸੀਂ ਦੱਸੋ ਕੀ ਵਾਸਾ ਮੇਰੇ? ਫਿਰ ਤੇਰੇ ਤੇ ਅਖੌਤੀ ਹਮਦਰਦੀ 'ਚ ਫਰਕ ਕੀ ਹੋਇਆ? ਸਰ, ਨਹੀਂ ਜਾਣਦਾ। ਜਾਂ ਬਿਨਾਂ ਕਿਸੇ ਨੂੰ ਦੱਸੇ ਛੱਜੂ ਦੇ ਟੱਬਰ ਦੀ ਡਿਟੇਲ ਪਤਾ ਕਰ। ਮੈਂ ਹੈਰਾਨੀ ਨਾਲ ਜੋਸ਼ੀ ਸਾਹਿਬ ਵੱਲ ਦੇਖਿਆ। ਉਹ ਮੁਸਕਰਾ ਰਹੇ ਸਨ। ਮੈਨੂੰ ਚਾਅ ਚੜ੍ਹ ਗਿਆ। ਉਸੇ ਸ਼ਾਮ ਮੈਂ ਹੁੱਭ ਕੇ ਛੱਜੂ ਦੇ ਪਿੰਡ ਗਿਆ। ਵਿਹੜੇ ਦੇ ਇੱਕ ਕੋਨੇ ਛੱਪੜ ਲਾਗੇ ਖਸਤਾ ਹਾਲ ਕੋਠੜੀ, ਘਰ 'ਚ ਛੱਜੂ ਦੀ ਪਤਨੀ ਰੁੱਕੋ, 3 ਧੀਆਂ ਤੇ ਪਿੰਜਣੀ ਤੋਂ ਲੱਤ ਤੁੜਾ ਕੇ ਥੋੜ੍ਹੀ ਟੇਢੀ ਜੁੜ ਜਾਣ ਕਾਰਨ ਡਰਾਈਵਰੀ ਛੱਡ ਚੁੱਕਾ ਪਿਤਾ ਮਾਧੋ। ਜੋਸ਼ੀ ਸਾਹਿਬ ਕੈਮਿਸਟਰੀ ਵਿਭਾਗ ਦੇ ਮੁਖੀ ਅਤੇ ਚੀਫ ਤੱਕ ਪਹੁੰਚ ਵਾਲੇ ਸਨ। ਅੰਦਰ ਖਾਤੇ ਉਹ ਕੋਈ ਢਾਹ ਭੰਨ ਕਰ ਚੁੱਕੇ ਸਨ। ਮੈਨੂੰ ਉਦੋਂ ਪਤਾ ਲੱਗਾ ਜਦੋਂ ਉਹਨਾਂ ਤਰਸ ਦੇ ਆਧਾਰ 'ਤੇ ਮਾਧੋ ਲਈ ਸੇਵਾਦਾਰ ਦੀ ਨਫਰੀ ਪੱਕੀ ਕਰਵਾ ਲਈ। ਉਜਰਤ ਭਾਵੇਂ ਮਸਟਰੋਲ ਦੇ ਦਰਾਂ ਅਨੁਸਾਰ ਸੀ, ਪਰ ਉਮਰ ਦੀ ਹੱਦ ਤੋਂ ਪਹਿਲਾਂ ਕੱਢੇ ਜਾਣ ਤੋਂ ਮੁਕਤ ਸੀ। ਮੈਨੂੰ ਖੁਸ਼ੀ ਹੋਈ। ਮੈਂ ਜੋਸ਼ੀ ਸਾਹਿਬ ਦੇ ਪੈਰੀਂ ਹੱਥ ਲਾਏ। ਖਬਰ ਫੈਲਦੇ ਯੂਨੀਅਨ ਹੱਥ ਚੱਬਣ ਲੱਗੀ। ਦੂਜੇ ਦਿਨ ਪ੍ਰਧਾਨ ਆ ਖੜਿਆ। ਨਹੀਂ ਹਟਿਆ ਵਿਰਦੀ, ਤੈਨੂੰ ਕਿਹਾ ਸੀ ਨਾ ਉੱਤੋਂ ਦੀ ਵਾਰ ਨਾ ਕਰੀ। ਮੈਂ ਹੱਥ ਜੋੜੇ। ਰੱਬ ਦਾ ਵਾਸਤਾ, ਮੈਂ ਕੁਝ ਨਹੀਂ ਕੀਤਾ। ਛੱਜੂ ਭੂਆ ਦਾ ਪੁੱਤ ਆ ਜੋਸ਼ੀ ਦਾ। ਤੂੰ ਕੀ ਸਮਝਦਾ ਤੇਰੇ ਜੇ ਟਟਪੂੰਜੀਏ ਨੂੰ ਕਰਨ ਦਿਆਂਗੇ ਪੋਲੀਟਿਕਸ? ਉਹ ਹਫਿਆ ਪਿਆ ਸੀ। ਮੇਰੀ ਹਰ ਮਿੰਨਤ ਨੂੰ ਮਿੱਧਦਾ ਉਹ ਖਮਿਆਜਾ ਭੁਗਤਣ ਲਈ ਆਖ ਚਲਾ ਗਿਆ। ਉੱਧਰ ਜਿੰਨੀ ਵਾਰ ਮੈਂ ਛੱਜੂ ਦੇ ਪਿੰਡ ਕਾਗਜ਼ ਪੱਤਰ ਲੈ ਕੇ ਗਿਆ, ਮਾਧੋ ਬਾਰ ਮੂਹਰੇ ਬੈਠਾ ਮਿਲਿਆ। ਮੈਲੇ ਕੱਪੜੇ, ਉਲਝੀ ਦਾੜ੍ਹੀ, ਚੁਫੇਰੇ ਮੱਖੀਆਂ ਦਾ ਡੂਮਣਾ, ਬੀੜੀ ਦੇ ਧੂੰਏਂ ਨਾਲ ਧੁਆਂਖੀਆਂ ਮੁੱਛਾਂ, ਉਦਾਸ ਮੂੰਹ ਤੇ ਖਲਾਜ ਝਾਕਦੀਆਂ ਅੱਖਾਂ। ਕੱਚੀ ਕੋਠੜੀ ਨੇੜਿਓਂ ਛੱਪੜ ਦੀ ਸਿੱਲ ਅਤੇ ਕਲਰ ਦੀ ਹਮਾਕ ਨੱਕ ਨੂੰ ਚੜ੍ਹਦੀ। ਦੇਖਦੇ ਹੀ ਮਾਧੋ ਮੇਰੇ ਪੈਰਾਂ ਵੱਲ ਨੂੰ ਲਪਕਦਾ। ਮੈਂ ਕਾਹਲੀ ਨਾਲ ਪਿਛਾਂਹ ਹਟਦਾ, ਟੁੱਟੇ ਮੰਜਿਆਂ ਵੱਲ ਇਸ਼ਾਰਾ ਕਰਦਾ, ਝੂਰਨ ਲੱਗਦਾ। ਜੀ ਕਿੱਥੇ ਬਿਠਾਵਾਂ? ਤੁਸੀਂ ਧਰਮਸ਼ਾਲਾ ਦੇ ਥੜੇ 'ਤੇ ਚੱਲੋ, ਮੈਂ ਉੱਥੇ ਹੀ ਆਉਣਾ। ਕਿਤੇ ਨਹੀਂ ਜਾਣਾ ਬਾਬਾ ਜੀ, ਇੱਥੇ ਹੀ ਬੈਠੂ ਮੈਂ। ਮੈਨੂੰ ਭੁੰਜੇ ਬੈਠਣ ਤੋਂ ਰੋਕਦਾ, ਤਰਲੇ ਲੈਣ ਲੱਗਦਾ। ਪਤਾ ਲੱਗਾ ਘਰ 'ਚ ਰੁੱਕੋ ਹੀ ਸੀ ਜੋ ਗੋਹੇ ਕੂੜੇ ਜਾਂ ਦਿਹਾੜੀ ਆਸਰੇ ਡੰਗ ਤੋਰਦੀ ਸੀ। ਇਹਨਾਂ ਕੰਜਕਾਂ ਦਾ ਕੀ ਬਣੂ ਸਾਊ? ਕੱਟੇ 'ਚ ਖੇਡਦੀਆਂ ਬਾਲੜੀਆਂ ਵੱਲ ਹੱਥ ਕਰਦਾ ਮਾਧੋ ਲੇਰ ਮਾਰਦਾ, ਫਿਰ ਅਸਮਾਨ ਵੱਲ ਹੱਥ ਜੋੜ ਆਖਦਾ, ਇਹਨਾਂ ਦਾ ਬੁਰਾ ਦੇਖਣ ਤੋਂ ਪਹਿਲਾਂ ਹੀ ਚੱਕ ਲਈ ਓਏ ਦਾਤਿਆ ਜੇ ਕਿਤੇ ਹੈਗਾ ਤਾਂ। ਮਾਧੋ ਦੀ ਲੇਰ ਮੇਰਾ ਗੱਚ ਭਰ ਦਿੰਦੀ। ਅੰਦਰ ਵਾੜ ਪੈਂਦੀ। ਉੱਥੋਂ ਭੱਜਣ ਦੀ ਕਰਦਾ। ਵਿਹੜੇ ਦੇ ਲੋਕ ਮੈਨੂੰ ਸ਼ੱਕ ਨਾਲ ਵੇਖਦੇ। ਇੱਕ ਦਿਨ ਤਾਂ ਕਿਸੇ ਨੇ ਪੁੱਛ ਹੀ ਲਿਆ, ਬਾਈ ਜੀ ਪੈਸਾ ਪੂਸਾ ਮਿਲੂ ਛੱਜੂ ਦਾ? ਨਹੀਂ। ਫਿਰ ਤੂੰ ਇੱਥੇ ਕੀ ਕਰਦਾ ਤੀਏ ਦਿਨ? ਜਿਸ ਦਿਨ ਨੌਕਰੀ ਦਾ ਪ੍ਰਵਾਨਗੀ ਪੱਤਰ ਲੈ ਕੇ ਮੈਂ ਤੇ ਜੋਸ਼ੀ ਸਾਹਿਬ ਛੱਜੂ ਦੇ ਪਿੰਡ ਗਏ, ਮੇਰਾ ਚਾਅ ਠੱਲਿਆ ਨਹੀਂ ਸੀ ਜਾਂਦਾ। ਵਿਹੜੇ ਦੇ ਬੰਦੇ ਤੀਵੀਆਂ ਮੱਖੀਆਂ ਵਾਂਗੂ ਇਕੱਠੇ ਹੋ ਗਏ। ਐਵੇਂ ਤਾਂ ਨਹੀਂ ਕਹਿੰਦੇ ਸਰਕਾਰੂ ਬੰਦਾ ਮੋਇਆ 1.25 ਲੱਖ ਦਾ। ਲੋਕ ਭਾਂਤੋਂ ਭਾਂਤ ਦੀਆਂ ਛੱਡ ਰਹੇ ਸਨ। ਮੇਰੇ ਮਨੋਂ ਜਿਵੇਂ ਸੈਂਕੜੇ ਮਨ ਬੋਝ ਉਤਰ ਰਿਹਾ ਸੀ। ਮਾਧੋ ਫਿਰ ਗੁਰਬਤ ਬਾਰੇ ਰੋਣ ਲੱਗਾ ਤਾਂ ਜੋਸ਼ੀ ਸਾਹਿਬ ਨੇ ਕਿਹਾ, ਫਿਕਰ ਨਾ ਕਰੋ ਬਾਬਾ ਜੀ, ਤੁਸੀਂ ਇਹ ਦੱਸੋ ਸੇਵਾਦਾਰ ਦੀ ਨੌਕਰੀ ਤਾਂ ਕਰ ਲਓਗੇ ਨਾ? ਕਿਉਂ ਨਹੀਂ ਸਾਊ, ਸਾਡੀਆਂ ਤਾਂ ਪੀੜ੍ਹੀਆਂ ਲੰਘ ਗਈਆਂ ਸੇਵਾ ਕਰਦਿਆਂ। ਮਾਧੋ ਹੱਥ ਜੋੜੇ। ਨਹੀਂ ਨਹੀਂ, ਮੇਰਾ ਮਤਲਬ ਦਫ਼ਤਰ ਦੀ ਸਮਝਦਾਰੀ ਤੋਂ ਸੀ। ਇੱਕ ਛਿਣ ਮਾਧੋ ਦੀਆਂ ਪਲਕਾਂ ਉੱਠੀਆਂ। ਉੱਪਰਲੇ ਬੁੱਲ੍ਹ ਦਾ ਕੋਰ ਕੰਬਿਆ, ਦੇਹ 'ਚ ਧੁੜਤੜੀ ਆਈ ਤੇ ਸਿਰ ਝਟਕਦੇ ਕਿਹਾ, ਮੰਨਿਆ ਕੰਮੀ ਕਮੀਣਾ ਸਾਊ, ਕੰਨ 'ਚ ਤਾਂ ਨਹੀਂ ਗਰਾਹੀ ਪਾਉਂਦੇ। ਤੇ ਗੱਲ ਸੁਣ, 34 ਸਾਲ ਕੀਤੀ ਹੈ ਡਰਾਈਵਰੀ, ਟਾਇਰ ਨੂੰ ਲਹੂ ਨਹੀਂ ਲੱਗਣ ਦਿੱਤਾ। ਸਮਝਦਾਰੀ ਪੁੱਛਦਾ? ਸਮਝਦਾਰੀ ਕੀ ਜਗੀਰ ਹੈ ਕਿਸੇ ਦੀ? ਮੈਂ ਤੇ ਜੋਸ਼ੀ ਸਾਹਿਬ ਤਰਬਕ ਕੇ ਇੱਕ ਦੂਜੇ ਵੱਲ ਝਾਕੇ। ਮੈਂ ਅੰਦਰੇ ਅੰਦਰ ਡਰਿਆ। ਮਾਧੋ ਦਾ ਇਹ ਰੂਪ ਮੈਂ ਪਹਿਲੀ ਵਾਰ ਦੇਖਿਆ। ਸੋਚਿਆ ਜਿਹੜਾ ਜੋਸ਼ੀ ਸਾਹਿਬ ਨੂੰ ਇੰਨਾ ਪੁੱਠਾ ਤੇ ਰੁੱਖਾ ਬੋਲ ਸਕਦਾ ਸੀ, ਚਪੜਾਸ ਉਸ ਲਈ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ। ਉਹ ਉਸੇ ਤਲਖੀ 'ਚੋਂ ਬੋਲ ਰਿਹਾ ਸੀ, ਦੇਖ ਸਾਊ, ਭੁੱਖੇ ਆਂ ਗਰੀਬ ਆਂ 16 ਆਨੇ ਸੱਚ। ਇਹ ਤਾਂ ਸਾਲਾ ਰੱਬ ਦੇ ਗਿਆ ਧੋਖਾ। ਨਹੀਂ, ਅੱਗੋਂ ਉਹਦਾ ਰੋਣ ਨਿਕਲ ਆਇਆ। ਮੈਨੂੰ ਸੋਚੀ ਪਿਆ ਦੇਖ ਜੋਸ਼ੀ ਸਾਹਿਬ ਮੈਨੂੰ ਪਰਾਂ ਲੈ ਗਏ ਤੇ ਬੋਲੇ, ਕੀ ਹੋਇਆ? ਸਾਰੀ ਦੀ ਬੋਲ ਬਾਣੀ ਮੈਂ ਸਮਝ ਸਕਦਾ, ਇਹਦੀ ਤਲਖੀ ਕੋਈ ਨਾ, ਦੇਖਦੇ ਹਾਂ।
ਅਗਲੇ ਦਿਨ ਸਮੇਂ ਸਿਰ ਆਉਣ ਲਈ ਆਖ ਤੁਰਨ ਲੱਗੇ ਤਾਂ ਮਾਧੋ ਕਿਹਾ, ਨਹੀਂ ਸਾਊ, ਆ ਨਹੀਂ ਹੋਣਾ। ਕਿਉਂ? ਕੁੜੀ ਕਿਤੋਂ 4 ਛਿੱਲੜ ਲਿਆਊ, ਸਾਈਕਲ ਠੀਕ ਕਰਾਊਂ ਤਾਂ ਹੀ ਆਊਂ। ਸਾਡਾ ਗੱਜ ਭਰ ਆਇਆ। ਇੰਨੇ ਬੇਵਾਕ ਲੋਕ ਕਿੱਥੇ ਸਨ? ਜੋਸ਼ੀ ਸਾਹਿਬ ਨੇ ਕੁਝ ਪੈਸੇ ਦਿੱਤੇ ਤੇ ਕਿਹਾ, ਸਾਈਕਲ ਠੀਕ ਕਰਾਓ ਤੇ ਕੱਲ੍ਹ ਨੂੰ ਕੰਮ 'ਤੇ ਆਓ। ਰਾਹ ਵਿੱਚ ਜੋਸ਼ੀ ਸਾਹਿਬ ਨੇ ਕਿਹਾ, ਮੈਨੂੰ ਇਹ ਫਿਕਰ ਨਹੀਂ ਇਹ ਬੋਲਦਾ ਕਿਵੇਂ ਆ। ਫਿਕਰ ਇਹ ਆ, ਇਤਨਾ ਮੂੰਹ ਫੱਟ ਇਸ ਝੂਠ ਦੇ ਡੰਬਰ ਵਿੱਚ ਰਚ ਸਕੇਗਾ ਕਿ ਨਹੀਂ। ਅਗਲੇ ਦਿਨ ਹਾਜ਼ਰ ਹੋਣ 'ਤੇ ਮਾਧੋ ਬੋਟਨੀ ਵਿਭਾਗ 'ਚ ਭੇਜ ਦਿੱਤਾ ਗਿਆ। ਮੈਂ ਹਾਲੇ ਸ਼ੁਕਰ ਹੀ ਕੀਤਾ ਸੀ ਕਿ ਵਿਭਾਗ ਨੇ ਵਾਪਿਸ ਭੇਜ ਦਿੱਤਾ। ਪਤਾ ਕੀਤਾ, ਕਹਿੰਦੇ ਕਿਸੇ ਨੇ ਪਾਣੀ ਮੰਗ ਲਿਆ। ਕਹਿੰਦਾ, ਦੇਖ ਲਓ ਭਾਈ, ਮੈਂ ਬਾਲਮੀਕੀਆਂ 'ਚੋਂ ਆ ਸਾਊ। ਕਮਾਲ ਦਾ ਆਦਮੀ ਸੀ। ਦਫ਼ਤਰ 'ਚ ਜਾਤੀ ਸੂਚਕ ਸ਼ਬਦ ਬੋਲ ਰਿਹਾ ਸੀ। ਯੂਨੀਅਨ ਦੇ ਸੂਈਏ ਪਿੱਛੇ ਪਿੱਛੇ ਸਨ। ਉਹਨਾਂ ਰਹਿੰਦਾ ਸੀਖ ਦਿੱਤਾ, ਦਫਾ ਕਰੋ ਜੀ ਇਹੋ ਜਿਹੇ ਨੂੰ। ਘਾਬਰ ਕੇ ਮੈਂ ਜੋਸ਼ੀ ਸਾਹਿਬ ਵੱਲ ਗਿਆ। ਉਹਨਾਂ ਤਹੱਮਲ ਤੋਂ ਕੰਮ ਲਿਆ ਤੇ ਪ੍ਰਬੰਧਕੀ ਅਮਲੇ ਨੂੰ ਆਖ ਸਾਡੇ ਵਾਲੇ ਦਫ਼ਤਰ ਵਿੱਚ ਹੀ ਮਾਧੋ ਦੀ ਡਿਊਟੀ ਲਗਵਾ ਦਿੱਤੀ। ਮੈਂ ਸੁੱਖ ਦਾ ਸਾਹ ਲਿਆ। ਜੋਸ਼ੀ ਸਾਹਿਬ ਸਾਡੇ ਦਫ਼ਤਰੀ ਅਮਲੇ ਨੂੰ ਲੈ ਕੇ ਮਾਧੋ ਦਾ ਕੰਮ ਸਮਝਾਇਆ। ਸਵੇਰੇ ਮੇਜ਼ ਕੁਰਸੀਆਂ ਦੀ ਝਾੜ ਪੂੰਝ, 2 ਟਾਈਮ ਚਾਹ ਪਾਣੀ, ਕਾਗਜ਼ ਪੱਤਰ ਦੀ ਇੱਧਰ ਉੱਧਰ ਪਹੁੰਚ। ਕੁਝ ਵੀ ਹੋਵੇ, ਜਾਤ ਬਰਾਦਰੀ ਦੀ ਗੱਲ ਨਹੀਂ ਕਰਨੀ, ਨਾਗਾ ਨਹੀਂ ਪਾਉਣਾ, ਲੇਟ ਨਹੀਂ ਹੋਣਾ। ਦਫ਼ਤਰ ਦੇ ਸਾਰੇ ਕਰਮਚਾਰੀ ਪਰਿਵਾਰ ਹੈ ਤੁਹਾਡਾ, ਸਭ ਦਾ ਆਦਰ ਕਰਨਾ, ਉੱਚਾ ਨੀਵਾਂ ਤੇ ਰੁੱਖਾ ਨਹੀਂ ਬੋਲਣਾ, ਲੀੜੇ ਧੋਤੇ ਪਾ ਕੇ ਆਉਣੇ। ਫਿਰ ਜੋਸ਼ੀ ਸਾਹਿਬ ਦਫ਼ਤਰੀ ਅਮਲੇ ਨੂੰ ਹੱਥ ਜੋੜੇ ਤਾਂ ਕਰਮਚਾਰੀ ਖੜੇ ਹੋ ਗਏ। ਇਤਨੇ ਉੱਚੇ ਰੁਤਬੇ ਵਾਲਾ ਮਾਮੂਲੀ ਸੇਵਾਦਾਰ ਲਈ ਹੱਥ ਜੋੜ ਰਿਹਾ ਸੀ। ਸਰ ਹੱਥ ਨਾ ਜੋੜੋ, ਐਡਜਸਟ ਕਰਾਂਗੇ ਅਸੀਂ, ਇੱਕ ਤਰ੍ਹਾਂ ਸਭ ਨੇ ਕਿਹਾ। ਮੇਰੀ ਜਾਨ 'ਚ ਜਾਨ ਆਈ। ਛੱਜੂ ਨੂੰ ਕੁਛ ਤਾਂ ਇਨਸਾਫ ਮਿਲਿਆ, ਪਰ ਤਕਾਲੀ ਫਿਰ ਮਨ ਬੁੱਝ ਗਿਆ। ਯੂਨੀਅਨ ਲਿਖ ਕੇ ਦੇ ਦਿੱਤਾ। ਮਾਧੋ ਦੀ ਨਿਯੁਕਤੀ ਨਿਯਮਾਂ ਤੋਂ ਬਾਹਰੀ ਹੋਈ, ਪਰ ਮਸਟਰੋਲ ਇਵਜ਼ਾਨੇ ਕਾਰਨ ਇਤਰਾਜ਼ ਠੁੱਸ ਹੋ ਗਿਆ। ਯੂਨੀਅਨ ਹੇਠੀ ਮੰਨ ਗਈ। ਮਾਧੋ ਲਈ ਡਿਊਟੀ ਦਾ ਮਤਲਬ 9 ਤੋਂ 5 ਨਹੀਂ ਸੀ, ਸਵੇਰ ਤੋਂ ਸ਼ਾਮ ਤੱਕ ਸੀ। ਇਸ ਲਈ ਰਜਿਸਟਰ ਦੇ ਨਿੱਕੇ ਖਾਨੇ ਵਿੱਚ ਹਾਜ਼ਰੀ ਲਾਉਣ ਦਾ ਮਤਲਬ ਸੀ ਵੱਡਾ ਸਾਰਾ ਮੰਮਾ ਲਿਖਣਾ। ਫਿਰ ਵੀ ਉਸ ਹਫ਼ਤੇ ਵਿੱਚ ਦਫ਼ਤਰ ਦੀ ਕਾਇਆ ਹੀ ਪਲਟ ਦਿੱਤੀ। ਫਾਈਲਾਂ ਨਾਲ ਭਰੀਆਂ ਅਲਮਾਰੀਆਂ, ਕੰਧਾਂ ਨਾਲੋਂ ਖਿੱਚ ਖਿੱਚ ਕੇ ਪਿੱਛੋਂ ਜਾਲੇ ਲਾਏ, ਛੱਤ ਦੇ ਪੱਖੇ ਝਾੜ, ਕੋਨੇ ਵਿੱਚ ਪਏ ਹੀਟਰ ਦੁਆਲੇ, ਡੁੱਲੀ ਚਾਹ ਦੀ ਕਾਈ ਤੋਂ ਲੈ ਕੇ ਕੰਧਾਂ ਤੇ ਬਾਹਰਲੇ ਫਰਸ਼ ਤੱਕ ਸਾਰਾ ਕੁਛ ਲਿਸ਼ਕਾ ਕੇ ਰੱਖ ਦਿੱਤਾ। ਜਦ ਨੂੰ ਸਟਾਫ ਆਉਂਦਾ, ਕੁਰਸੀਆਂ ਮੇਜ਼ ਸਾਫ਼, ਕੂਲਰਾਂ 'ਚ ਪਾਣੀ ਅਤੇ ਅਗਰਬੱਤੀਆਂ ਧੁਖਰੀਆਂ ਹੁੰਦੀਆਂ। ਸਟੈਨੋ 4 ਵੀ ਕਿਹਾ ਵੀ, ਬਾਬਾ ਜੀ ਫਰਸ਼ਾਂ ਦੀ ਸਫਾਈ ਸਵੀਪਰਾਂ ਦਾ ਕੰਮ ਆ, ਤੁਸੀਂ ਕਾਹਤੋਂ ਮੱਥਾ ਮਾਰਦੇ ਆ? ਕੋਈ ਨਾ ਸਾਊ, ਉਹ ਵੀ ਮੇਰੇ ਵਰਗੇ ਹੀ ਆ। ਇਹਦੇ ਬਾਵਜੂਦ ਇੱਕ ਦਿਨ ਹੈੱਡ ਸਾਹਿਬ ਤਲਖ ਹੋ ਗਏ। ਟੇਬਲ 'ਤੇ ਪਾਣੀ ਦਾ ਗਲਾਸ ਕਿਉਂ ਨਹੀਂ ਭਰ ਕੇ ਰੱਖਦਾ? ਤੈਂ ਬੇਆ ਜ਼ਰੂਰ ਪੀਣਾ, ਤੂੰ 20 ਵਾਰੀ ਮੰਗ, ਪਾਣੀ ਸਹੁਰੇ ਦਾ ਕੀ ਹੈ, ਮੈਂ ਤਾਂ ਰਾਹ ਜਾਂਦੇ ਨੂੰ ਪਿਆ ਦਿਆਂ। ਹੈੱਡ ਸਾਹਿਬ ਅਤੇ ਦਫ਼ਤਰੀ ਅਮਲਾ ਮਾਧੋ ਦੇ ਮੂੰਹ ਵੱਲ ਦੇਖਦਾ ਰਹਿ ਗਿਆ। ਸਟੈਨੋ 4 ਨੂੰ ਹੁਕਮ ਹੋਇਆ, ਰਜਿਸਟਰਾਰ ਨੂੰ ਤੁਰੰਤ ਇਹਦੀ ਬਦਲੀ ਲਈ ਲਿਖੋ। ਅਫਸਰ ਨੂੰ ਸਭ ਦੇ ਸਾਹਮਣੇ ਤੂੰ ਆਖ ਕੇ ਸੰਬੋਧਨ ਕੀਤਾ, ਔਰ ਇਤਰਾਜ਼ ਦਸਤੀ ਲੈ ਕੇ ਜਾਓ। ਜਿਵੇਂ ਮੈਨੂੰ ਤੇ ਜੋਸ਼ੀ ਸਾਹਿਬ ਨੂੰ ਪਤਾ ਲੱਗਾ, ਅਸੀਂ ਸਿਰ ਫੜ ਕੇ ਬਹਿ ਗਏ। ਜਦ ਤੱਕ ਅਸੀਂ ਹੈੱਡ ਸਾਹਿਬ ਦਾ ਤਰਲਾ ਮਿੰਤ ਕਰਦੇ, ਰਜਿਸਟਰਾਰ ਸਾਹਿਬ ਮਾਧੋ ਤਲਬ ਕਰ ਗਿਆ। ਮੈਂ ਤੇ ਜੋਸ਼ੀ ਸਾਹਿਬ ਰਜਿਸਟਰਾਰ ਆਫਿਸ ਵੱਲ ਦੌੜੇ। ਜਦ ਨੂੰ ਅਸੀਂ ਪੁੱਜੇ, ਮਾਧੋ ਉਡੀਕ ਕਮਰੇ 'ਚ ਭੁੰਜੇ ਬੈਠਾ ਸੀ। ਹੱਦ ਹੋ ਗਈ, ਭੁੰਜੇ ਕਿਉਂ ਬੈਠ ਗਏ? ਉੱਠੋ, ਸੋਫੇ 'ਤੇ ਬੈਠੋ, ਜੋਸ਼ੀ ਸਾਹਿਬ ਨੇ ਕਿਹਾ। ਬੈਠਾਂਗੇ ਸਾਊ, ਜਦੋਂ ਰੱਬ ਬਿਠਾਊ। ਹਲੇ ਤਾਂ ਕਹਿੰਦੇ ਝੜਕ ਲਈ ਸੱਦਿਆ ਸਾਹਿਬ ਨੇ। ਤਦੇ ਅੰਦਰ ਆਉਣ ਲਈ ਹਾਕ ਪੈ ਗਈ। ਸਾਹਿਬ ਕਿਸੇ ਫਾਈਲ 'ਚ ਰੁੱਝੇ ਹੋਏ ਸਨ। ਉੱਪਰ ਝਾਕੇ ਤੇ ਬੋਲੇ, ਜੋਸ਼ੀ, ਆ ਤੇਰੇ ਬਾਬੇ ਨੇ ਕੀ ਪੰਗਾ ਖੜਾ ਕਰ ਲਿਆ? ਮੁਖੀ ਨੂੰ ਤੂੰ ਕਰਕੇ ਬੋਲੀ ਜਾਂਦਾ, ਸਮਝਾ ਇਹਨੂੰ। ਜੀ ਸਰ, ਇਸ ਵਾਰ ਵਾਰਨਿੰਗ ਹੈ, ਅਗਲੀ ਵਾਰ ਨਹੀਂ। ਚਲੋ ਮਾਧੋ ਜੀ, ਜੋਸ਼ੀ ਸਾਹਿਬ ਨੇ ਮੋਢਾ ਫੜਦਿਆਂ ਕਿਹਾ। ਬਸ ਇੰਨੀ ਗੱਲ ਸੀ? ਮਾਧੋ ਗੱਡਿਆ ਖੜਾ ਸੀ। ਹਾਂ, ਆਹੀ ਗੱਲ ਸੀ, ਚਲੋ ਤੁਸੀਂ। ਰਜਿਸਟਰਾਰ ਤਲਖ ਜਿਹਾ ਮਾਧੋ ਵੱਲ ਝਾਕੇ, ਹੋ ਗਿਆ ਨਵੇੜਾ ਮਾਧੋ ਜੀ, ਚਲੋ ਤੁਸੀਂ। ਜੋਸ਼ੀ ਸਾਹਿਬ ਮਾਧੋ ਨੂੰ ਕਾਹਲੀ ਨਾਲ ਧੱਕ ਰਹੇ ਸਨ। ਤਦੇ ਰਜਿਸਟਰਾਰ ਸਾਹਿਬ ਕੁਰਸੀ ਤੋਂ ਉੱਠੇ, ਨੇੜੇ ਆਏ, ਨਰਮੀ ਨਾਲ ਮਾਧੋ ਦੇ ਮੋਢੇ 'ਤੇ ਹੱਥ ਰੱਖਿਆ ਤੇ ਕਿਹਾ, ਸ਼ਿਕਾਇਤ ਆਈ ਹੈ ਬਾਬਾ ਤੇਰੇ ਖਿਲਾਫ। ਕਾਸ ਦੀ? ਮਾਧੋ ਹੈਰਾਨ ਸੀ। ਬਈ ਤੂੰ ਮੁਖੀ ਸਾਹਿਬ ਨੂੰ ਪਾਣੀ ਬਦਲੇ ਤੂੰ ਕਰਕੇ ਬੋਲਿਆ। ਮਾਧੋ ਜੀ, ਸਾਹਿਬ ਕਹਿੰਦੇ ਦਫ਼ਤਰਾਂ 'ਚ ਵੱਡੇ ਅਫਸਰਾਂ ਨੂੰ ਤੂੰ ਨਹੀਂ ਆਖੀਦਾ, ਜੋਸ਼ੀ ਸਾਹਿਬ ਨੇ ਜ਼ੋਰ ਦੇ ਕੇ ਕਿਹਾ।
ਹੋਰ ਕੀ ਕਹਾਂ, ਤੁਹਾਡੇ ਲਈ ਹੋਊ ਅਫਸਰ, ਮੇਰਾ ਤਾਂ ਦਾਤਾ ਹੈ, ਸਿਰ ਦਾ ਸਾਈਂ ਹੈ, ਰੱਬ ਹੈ ਭਾਈ। ਆਪਾਂ ਤਾਂ ਰੱਬ ਨੂੰ ਵੀ ਤੂੰ ਹੀ ਕਹੀਦਾ, ਬਈ ਤੂੰ ਹੀ ਆ ਦਾਤਿਆ, ਤੇਰਾ ਹੀ ਆਸਰਾ ਹੈ। ਮੈਂ ਤਾਂ ਸਾਊ ਰੱਬ ਸਮਝ ਕੇ ਕਿਹਾ, ਅੱਗੋਂ ਨਾ ਸਹੀ। ਖਫਾ ਹੋਇਆ ਮਾਧੋ ਬਾਹਰ ਜਾਣ ਲਈ ਪਰਤਿਆ ਤੇ ਬੁੜਬੁੜਾਇਆ, ਆਹੀ ਗੱਲ ਸੀ ਤਾਂ ਉੱਥੇ ਹੀ ਪੁੱਛ ਲੈਂਦਾ, ਸਹੁਰੇ ਨੇ ਹੀ ਰਾਈ ਦਾ ਪਹਾੜ ਬਣਾ ਲਿਆ। ਕਮਰੇ 'ਚ ਏਸੀ ਚੱਲ ਰਿਹਾ ਸੀ। ਅੱਖ ਝਪਕਦੇ ਹਵਾ ਬੋਝਲ ਹੋ ਗਈ। ਹੈਰਾਨੀ ਵਿੱਚ ਅਸੀਂ ਇੱਕ ਦੂਜੇ ਵੱਲ ਝਾਕੇ। ਰਜਿਸਟਰਾਰ ਸਾਹਿਬ ਦੀ ਸਿਆਣਪ ਇੱਕਦਮ ਸੰਭਲੀ ਤੇ ਮਾਧੋ ਮੂਹਰੇ ਹੁੰਦੇ ਬੋਲੇ, ਪਰ ਬਾਬਾ, ਦਫ਼ਤਰਾਂ ਦੇ ਅਫਸਰ ਰੱਬ ਨਹੀਂ ਹੁੰਦੇ। ਹੁੰਦੇ ਕਿਉਂ ਨਹੀਂ? ਰੋਟੀ ਨਹੀਂ ਖਾਂਦੇ ਅਸੀਂ ਉਹਨਾਂ ਸਿਰੋਂ? ਮੇਰੇ ਲਈ ਤਾਂ ਤੂੰ ਵੀ ਰੱਬ ਹੀ ਆ ਸਾਊ। ਔਰ ਆ ਬਾਊ ਜੀ, ਉਹਨੇ ਜੋਸ਼ੀ ਸਾਹਿਬ ਵੱਲ ਇਸ਼ਾਰਾ ਕੀਤਾ, ਇਹ ਤਾਂ ਸਾਰਿਆਂ ਤੋਂ ਉੱਤੇ ਆ, ਜਿਹਨੇ ਬਾਂਹ ਫੜੀ ਗਰੀਬ ਦੀ। ਜੋਸ਼ੀ ਸਾਹਿਬ ਨੂੰ ਸ਼ਰਮ ਆਈ। ਪਾਗਲ ਅਫਸਰ ਸਾਹਮਣੇ ਉਹਦੀ ਤਾਰੀਫ ਕਰ ਰਿਹਾ ਸੀ। ਸਭ ਮਾਧੋ ਦੀ ਮਾਸੂਮੀਅਤ ਤੇ ਤਰਸ ਨਾਲ ਭਰ ਗਏ ਤੇ ਚਿਹਰਿਆਂ ਤੇ ਮੁਸਕਾਨ ਖਿਲਰ ਗਈ। ਕੈਸਾ ਆਦਮੀ ਸੀ, ਅਫਸਰਾਂ ਨੂੰ ਰੱਬ ਸਮਝ ਰਿਹਾ ਸੀ। ਰਜਿਸਟਰਾਰ ਸਾਹਿਬ ਨੇ ਸਭ ਨੂੰ ਬੈਠਣ ਲਈ ਕਿਹਾ ਤੇ ਘੰਟੀ ਵਜਾਈ। ਬਦਰੀ, ਚਾਹ ਪਿਆਵੀ ਸਾਰਿਆਂ ਨੂੰ। ਅਸੀਂ ਕੁਰਸੀਆਂ ਤੇ ਬਹਿ ਗਏ ਤਾਂ ਮਾਧੋ ਦਰਵਾਜ਼ੇ ਲਾਗ ਜਾ ਕੇ ਫਿਰ ਪੁੰਜੇ ਬੈਠਣ ਲੱਗਾ। ਮੈਂ ਕਿਹਾ, ਮਾਧੋ ਜੀ, ਪੁੰਜੇ ਨਹੀਂ, ਕੁਰਸੀ ਤੇ ਬੈਠਾਂਗੇ ਸਾਊ, ਜਿੱਦੇ ਉਹਨੇ ਬਿਠਾਇਆ। ਉਹਨੇ ਉੱਪਰ ਵੱਲ ਉਂਗਲ ਕੀਤੀ। ਬੰਦੇ ਸਹੁਰੇ ਦਾ ਕੀ ਆ, ਘੜੀ 'ਚ ਕਹੂ ਬਹਿ ਜਾ, ਘੜੀ 'ਚ ਕਹੂ ਉੱਠ ਖੜ। ਜੋਸ਼ੀ ਸਾਹਿਬ ਨੂੰ ਲੱਗਾ ਮਾਧੋ ਕੁਝ ਵੀ ਆਖ ਕੇ ਬਣੀ ਬਣਾਈ ਵਿਗਾੜ ਸਕਦਾ ਸੀ। ਉਹਨਾਂ ਮਾਫ਼ੀ ਮੰਗਦੇ ਕਿਹਾ, ਸਰ, ਚਾਹ ਫੇਰ ਕਦੇ ਸਹੀ, ਅੱਜ ਛੁੱਟੀ ਦਿਓ। ਅਸੀਂ ਸ਼ੁਕਰ ਕਰਦੇ ਚਲੇ ਆਏ। ਬਾਅਦ 'ਚ ਪਤਾ ਲੱਗਾ ਰਜਿਸਟਰਾਰ ਸਾਹਿਬ ਨੇ ਸ਼ਿਕਾਇਤ 'ਤੇ ਜੋ ਨੋਟ ਲਿਖਿਆ ਉਹ ਹੈਰਾਨ ਕਰਨ ਵਾਲਾ ਸੀ। ਉਪਰੋਕਤ ਦੇ ਸਬੰਧ ਵਿੱਚ ਮੁਖੀ ਪ੍ਰਤੀ ਸੇਵਾਦਾਰ ਮਾਧੋ ਰਾਮ ਦੁਆਰਾ ਪ੍ਰਗਟ ਕੀਤੀ ਇੱਜ਼ਤ ਅਤੇ ਅਕੀਦਤ ਟਾਕਰੇ ਸ਼ਿਕਾਇਤ ਨਿਰਮੂਲ ਹੈ। ਇਸ ਖਬਰ ਨੇ ਪੂਰੇ ਅਦਾਰੇ ਦੀ ਦਫ਼ਤਰੀ ਫਿਜ਼ਾ ਨੂੰ ਝੰਜੋੜ ਕੇ ਰੱਖ ਦਿੱਤਾ। ਸਭ ਤੋਂ ਵੱਧ ਤਕਲੀਫ ਯੂਨੀਅਨ ਨੂੰ ਹੋਈ। ਉਸੇ ਸ਼ਾਮ ਵੱਖ-ਵੱਖ ਥਾਈਂ ਟੀਚਰ ਅਤੇ ਕਰਮਚਾਰੀ ਯੂਨੀਅਨਾਂ ਦੀਆਂ ਗੁਪਤ ਮੀਟਿੰਗਾਂ ਵਿੱਚ ਰਜਿਸਟਰਾਰ ਖਿਲਾਫ ਇਸ ਮੁੱਦੇ ਨੂੰ ਉਛਾਲਿਆ ਗਿਆ ਕਿ ਅਫਸਰ ਨੂੰ ਮਤਾਹਿਤ ਵੱਲੋਂ ਤੂੰ ਸੰਬੋਧਨ ਨੂੰ ਪ੍ਰਵਾਨਗੀ ਬੇਹੱਦ ਖਤਰਨਾਕ ਸਾਬਿਤ ਹੋ ਸਕਦੀ ਹੈ। ਮਤੇ ਪਾਸ ਕੀਤੇ ਗਏ। ਅਜਿਹੇ ਨਿਪਟਾਰੇ ਪ੍ਰੋਟੋਕਾਲ ਅਤੇ ਅਨੁਸ਼ਾਸਨ ਦੀਆਂ ਧੱਜੀਆਂ ਉਡਾਉਣ ਦੇ ਤੁੱਲ ਸਨ। ਮੈਂ ਫਿਕਰ ਨਾਲ ਭਰ ਗਿਆ। ਜੋਸ਼ੀ ਸਾਹਿਬ ਨੇ ਕਿਹਾ, ਵਿਰਦੀ ਗਲਤ ਜਗ੍ਹਾ ਆ ਗਿਆ ਯਾਰ ਇਹ ਬੰਦਾ, ਇਹਦਾ ਖਿਆਲ ਰੱਖ। ਉਹ ਗੱਲ ਹੋਈ। ਇੱਕ ਦਿਨ ਮਾਧੋ ਦੇਰ ਨਾਲ ਆਇਆ। ਨਾ ਛੁੱਟੀ ਨਾ ਇਤਲਾਹ। ਸਟੈਨੋ 4ਵੀਂ ਪ੍ਰਸੂਤਾ ਛੁੱਟੀ 'ਤੇ ਸੀ। ਪਤਾ ਨਹੀਂ ਮਾਧੋ ਨੇ ਕਿੱਥੋਂ ਸੁਣਿਆ 4ਵੀਂ ਨੂੰ ਵੱਡੇ ਆਪਰੇਸ਼ਨ ਨਾਲ ਬੱਚਾ ਪੈਦਾ ਹੋਇਆ। ਪਹਿਲਾਂ ਤਾਂ ਮਾਂ ਨੂੰ ਦੁੱਧ ਨਾ ਉਤਰਿਆ, ਉੱਤੋਂ ਬੱਚਾ ਪੀਲੀਏ ਦੀ ਗ੍ਰਿਫਤ ਵਿੱਚ ਆ ਗਿਆ। ਉਹ ਲੇਟ ਆਇਆ ਤਾਂ ਮੈਂ ਖਫਾ ਹੋਇਆ। ਹੱਦ ਹੋ ਗਈ। ਕੱਲ੍ਹ ਦੁਪਹਿਰ ਤੋਂ ਬਾਅਦ ਤੂੰ ਹੈ ਹੀ ਨਹੀਂ ਸੀ। ਸ਼ਾਮੀ ਮੈਨੂੰ ਦਫ਼ਤਰ ਬੰਦ ਕਰਨਾ ਪਿਆ, ਸਵੇਰੇ ਖੋਲ੍ਹਿਆ ਮੈਂ ਹੀ। ਤਾਂ ਕੀ ਕੰਡਾ ਭੁਰ ਗਿਆ ਤੇਰਾ? ਉਹ ਉਖੜ ਕੇ ਬੋਲਿਆ। ਦਫ਼ਤਰ ਦੇ ਲੋਕ ਉਸ ਵੱਲ ਹਕਾਰਤ ਨਾਲ ਝਾਕੇ। ਜਾਣਾ ਸੀ ਤਾਂ ਛੁੱਟੀ ਲੈਂਦਾ, ਦੱਸ ਕੇ ਜਾਂਦਾ। ਕਿਹਨੂੰ? ਦਫ਼ਤਰ ਨੂੰ, ਹੋਰ ਕਿਹਨੂੰ? ਵਾਹ ਓਏ ਤੇਰੇ, ਉੱਧਰ ਭੋਰਾ ਭਰ ਜਵਾਕੜੀ ਢਿੱਡ ਪੜਵਾਈ ਬੈਠੀ ਆ, ਜਵਾਕ ਪੀਲੀਏ ਨਾ ਮਾਰਨ ਡਿਆ। ਮੈਂ ਕੰਧਾਂ ਨੂੰ ਪੁੱਛੀ ਜਾਂਦਾ ਵੀ ਜਾਵਾਂ ਕਿ ਨਾ। ਤੁਸੀਂ 4ਵੀਂ ਵੱਲ ਗਏ? ਮੈਂ ਇੱਕਦਮ ਆਦਰ ਨਾਲ ਕਿਹਾ। ਕਾਹਨੂੰ ਸਾਊ, ਪਹਿਲਾਂ 9 ਵਜੇ ਪੀਰ ਵਾਲੇ ਸਾਈਂ ਤੋਂ ਪੀਲੀਏ ਦਾ ਧਾਗਾ ਕਰਾਇਆ, ਸਵੇਰੇ ਦੇਣ ਗਿਆ। ਸਹੁਰਾ ਘਰ ਹੀ ਨਾ ਲੱਭਿਆ ਤਾਂ ਪਤਾ ਲੱਗਾ ਜਵਾਕੜੀ ਨੂੰ ਅੰਮ੍ਰਿਤ ਨਹੀਂ ਉਤਰਿਆ। ਸਾਊ, ਮੈਂ ਤਾਂ ਫਿਰ ਪਿੰਡ ਆਇਆ, ਗੱਡਰੀਆਂ ਘਰੋਂ ਬੱਕਰੀ ਦਾ ਦੁੱਧ ਲਿਆ। ਜਵਾਕ ਤਾਂ ਸਹੁਰਾ ਚੱਪ ਕਰਕੇ ਪੀ ਗਿਆ। ਮੈਂ ਕਿਹਾ, ਤਕੜਾ ਹੋ ਪੁੱਤਰਾ, ਪੀ ਕਿੰਨਾ ਕੁ ਪੀਨਾ, ਤੁਸੀਂ ਦੱਸੋ। ਪਹਿਲਾਂ ਚਾਹ ਪਿਆਵਾਂ ਹੁਣ ਸਾਰਿਆਂ ਨੂੰ? ਦਫ਼ਤਰ ਨੇ ਸਾਹ ਰੋਕ ਕੇ ਸਭ ਸੁਣਿਆ ਤੇ ਇੱਕ ਦੂਜੇ ਵੱਲ ਇਸ ਸ਼ਰਮ ਨਾਲ ਝਾਕਿਆ, ਇਹ ਮਾਧੋ ਕਿਸ ਮਿੱਟੀ ਦਾ ਸੀ? ਉਸ ਬਾਰੇ ਕੁਝ ਵੀ ਸੋਚਿਆ ਗਲਤ ਹੋ ਨਿਬੜਦਾ ਸੀ। ਇਹ ਖਬਰ ਅੱਗ ਦੀ ਤਰ੍ਹਾਂ ਪਹਿਲਾਂ ਪੂਰੀ ਬਿਲਡਿੰਗ ਵਿੱਚ ਫੈਲੀ, ਫਿਰ ਚੁਆਤੀ ਬਣ ਕੇ ਯੂਨੀਅਨ ਦੇ ਕੱਖਾਂ ਵਿੱਚ ਜਾ ਡਿੱਗੀ। ਪ੍ਰਧਾਨ ਤੜਪ ਉੱਠਿਆ। ਬੱਕਰੀ ਦੇ ਦੁੱਧ ਨੇ ਖਾਧੀ ਕੜੀ। ਇਹ ਟੂਣੇ ਟੰਜਰ ਵਾਲਾ ਕੁੱਤਖਾਨਾ ਨਹੀਂ ਚੱਲਣ ਦੇਣਾ ਅਸੀਂ। ਅਗਲੀ ਸਵੇਰ ਦੁੱਧ ਲੈ ਕੇ ਮਾਧੋ ਫਿਰ 4ਵੀਂ ਦੇ ਜਾ ਖੜਾ। 4ਵੀਂ ਦੇ ਪਤੀ ਨੇ ਕਿਹਾ, ਤੁਸੀਂ ਖੇਚਲ ਨਹੀਂ ਕਰਨੀ ਬਾਬਾ ਜੀ, ਮੈਂ ਲਿਆਊਂਗਾ ਆਪੇ। ਪਹਿਲਾਂ ਕਿੱਥੇ ਗਿਆ ਸੀ ਤੂੰ? ਹੁਣ ਮੈਂ ਲਿਆਊਂ ਆਪੇ। ਲੱਖ ਵੇਰ ਲਿਆ ਸਾਊ, ਪਰ ਮੇਰੇ ਪਿੰਡੋਂ ਤਾਂ ਮੈਂ ਹੀ ਲਿਆਊਂ। ਮਾਧੋ ਅੜ ਗਿਆ। ਦਫ਼ਤਰ ਮਾਧੋ ਲਈ ਇਸ ਗੱਲੋਂ ਕ੍ਰਿਤੱਗ ਸੀ। ਮੀਲਾਂ ਦਾ ਪੈਂਡਾ ਝਾਕ ਕੇ ਪਹਿਲਾਂ 4ਵੀਂ ਕੇ ਜਾਂਦਾ, ਫਿਰ ਟਾਈਮ ਸਿਰ ਦਫ਼ਤਰ ਆਉਂਦਾ।
एक दिन चौड़ नाल मिसेज बासु ने कहा, माधव जी, जब मेरे लड़का हुआ तब भी आओगे? तैं पीली वाला जवाक जम्मना। गल हासे च पै गई। फिर भी मैनू अंदर खाते पछतावा होया। खाम खा माधो दी दद ला लई। हैड साहब नूं माधो ने भावें रब दा दर्जा दे के सदा लई मुੱਲ ਲੈ ਲਿਆ ਸੀ, पर अंदरे अंदर माधो तो मच्चे पए सन। एक दिन ਉਹਨਾਂ ਆਉਂਦੇ ਹੀ ਮਾਧੋ ਨੂੰ ਆਪਣੇ ਦਰਵਾਜ਼ੇ ਤੋਂ ਹਟ ਕੇ ਬੈਠਣ ਲਈ ਕਿਹਾ। ਇਤਰਾਜ਼ ਸੀ, ਬੇਵਜ੍ਹਾ ਨੱਕ ਸਣਕ ਕੇ ਕੰਧਾਂ ਲੱਪਣ ਦੀ ਕੀ ਤੁਕ। ਮਾਧੋ ਹਟ ਕੇ ਬੈਠਣ ਲੱਗਾ। ਇਸ ਦੇ ਬਾਵਜੂਦ ਮੈਨੂੰ ਹਮੇਸ਼ਾ ਡਰ ਰਹਿੰਦਾ, ਮਾਧੋ ਕਦੇ ਵੀ ਕੋਈ ਮੁਸ਼ਕਿਲ ਖੜੀ ਕਰ ਸਕਦਾ ਸੀ। ਹਾਲਾਂਕਿ ਦਫ਼ਤਰ ਦੀਆਂ ਮੈਡਮਾਂ ਮਾਧੋ ਦੇ ਵਿਵਹਾਰ ਤੋਂ ਸਵਾਦ ਲੈਣ ਲੱਗੀਆਂ। ਸਭ ਮਾਧੋ ਦਾ ਕੁਝ ਨਾ ਕੁਝ ਸੁਣਨ ਨੂੰ ਲੋਚਦੇ। ਸਭ ਤੋਂ ਵੱਧ ਸ਼ਾਂਤੀ ਅਰੋੜਾ ਸੀ। ਦੂਜੇ ਤਲਾਕ ਤੋਂ ਬਾਅਦ ਛੜੀ ਸੀ। ਜਿਵੇਂ ਹੀ ਮਾਧੋ ਵਿਹਲਾ ਵੇਖਦੀ ਆਖਦੀ, ਬਾਬਾ ਜੀ ਸੁਣਾਓ ਕੋਈ ਭੋਲੇ ਸ਼ੰਕਰ ਦੀ। ਮਾਧੋ ਅਕਸਰ ਚੁੱਪ ਰਹਿੰਦਾ। ਬਹੁਤਾ ਜ਼ਿੱਦ ਕਰਦੀ ਤਾਂ ਆਖਦਾ, ਭੋਲੇ ਦੇ ਚਾਚ ਊਂ ਹੀ ਨਾ ਟੰਗ ਲਈ ਖੁੰਘਾਂ ਨਾਲ ਢੋਲਕੀ। ਦੇਵੀ ਦੇਵਤੇ ਤਾਂ ਦੂਰ ਹੀ ਭਲਿਆ ਸਾਊ। ਮੈਡਮਾਂ ਅਕਸਰ ਆਉਣ ਸਾਰ ਬੈਠਦੇ ਹੀ ਪਾਣੀ ਮੰਗਦੀਆਂ। ਮਾਧੋ ਪਹਿਲਾਂ ਹੀ ਜੱਗ ਭਰ ਕੇ ਰੱਖਦਾ। ਇੱਕ ਦਿਨ ਸ਼ਾਂਤੀ ਨੇ ਤੀਜੀ ਵਾਰੀ ਮੰਗ ਲਿਆ। ਕੀ ਗੱਲ, ਘਰੋਂ ਨਹੀਂ ਪੀ ਕੇ ਆਈ? ਮਾਧੋ ਨੇ ਸੁਭਾਵਿਕ ਕਿਹਾ। ਸ਼ਾਂਤੀ ਵੱਟ ਖਾ ਗਈ, ਪਰ ਉਸ ਦਿਨ ਤੋਂ ਬਾਅਦ ਪਾਣੀ ਮੰਗਣੋਂ ਹਟ ਗਈ। ਇੱਕ ਦਿਨ ਸਰਦੀਆਂ 'ਚ ਸੁਪਰਡੈਂਟ ਮੈਡਮ ਨੇ ਕੋਸਾ ਪਾਣੀ ਮੰਗ ਲਿਆ। ਜ਼ਿਆਦਾ ਗਰਮ ਹੋਣ 'ਤੇ ਥੋੜ੍ਹਾ ਠੰਡਾ ਪਾਉਣ ਨੂੰ ਕਿਹਾ। ਵਧੇਰੇ ਪੈ ਗਿਆ ਤਾਂ ਫਿਰ ਗਰਮ ਕਰਨ ਨੂੰ ਕਿਹਾ। ਮਾਧੋ ਧਮਕਿਆ, ਉਹ ਭਾਈ ਘਰੇ ਵੀ ਐਂ ਹੀ ਕੱਢਦੀਆਂ ਨਗੋਚਾਂ ਕਿ ਮੈਂ ਹੀ ਲੱਭ ਲਿਆ ਤੈਂ? ਗੁੱਸੇ 'ਚ ਮੈਡਮ ਗਲਾਸ ਫਰਸ਼ 'ਤੇ ਵਗਾ ਕੇ ਮਾਰਿਆ। ਇੱਥੇ ਹੀ ਬਸ ਨਹੀਂ ਸੀ। ਦੁਪਹਿਰੇ ਰੋਟੀ ਖਾਂਦੇ ਨੂੰ ਕੋਈ ਕੰਮ ਆਖ ਦਿੰਦਾ ਤਾਂ ਮਾਧੋ ਤੜਪ ਉੱਠਦਾ। ਕੀ ਗੱਲ, ਤੇਰੇ ਪਾਂ ਪਈ ਆ? ਉਹ ਭਾਈ ਢਿੱਡ 'ਚ ਜਾਂਦੇ ਅੰਨ ਦੀ ਕਦਰ ਤਾਂ ਕਰੋ। ਹਾਸੀ ਮਜ਼ਾਕ, ਉੱਚਾ ਨੀਵਾਂ ਬੋਲਿਆ, ਸਭ ਠੀਕ, ਪਰ ਸੇਵਾਦਾਰ ਚਾਰੇ ਖੁਰ ਚੁੱਕ ਕੇ ਪਵੇ, ਇਹ ਬਰਦਾਸ਼ਤ ਨਹੀਂ ਸੀ। ਦਫ਼ਤਰ ਨੇ ਮਤਾ ਪਕਾਇਆ, ਮਾਧੋ ਦੀ ਗੈਰ ਸੱਭਿਅਕ ਭਾਸ਼ਾ ਬਾਰੇ ਹੈੱਡ ਤੋਂ ਚਿੱਠੀ ਪਾਸ ਕਰਵਾ ਕੇ ਰਜਿਸਟਰਾਰ ਆਫਿਸ ਨੂੰ ਮਾਧੋ ਦੀ ਬਦਲੀ ਲਈ ਲਿਖਿਆ ਜਾਵੇ। ਤਦੇ ਇੱਕ ਘਟਨਾ ਨੇ ਸਭ ਕੁਝ ਠੁੱਸ ਕਰਕੇ ਰੱਖ ਦਿੱਤਾ। ਮੁਖੀ ਸਾਹਿਬ ਦੀ ਪਤਨੀ ਬਿਮਾਰ ਹੋ ਗਈ। ਬਹੁਤਿਆਂ ਨਾਲ ਮੁਖੀ ਦੀ ਬਣਦੀ ਨਹੀਂ ਸੀ, ਪਰ ਮਾਧੋ ਨੂੰ ਕੀ, ਉਹਦੇ ਲਈ ਤਾਂ ਮੁਖੀ ਰੱਬ ਸੀ। ਪਿੰਡ 'ਚੋਂ ਦੁੱਧ ਦਾ ਡੋਲੂ ਭਰ ਕੇ ਮਾਧੋ ਹਸਪਤਾਲ ਜਾ ਖੜ੍ਹਦਾ। ਖੋਖਿਆਂ 'ਚ ਪਿੰਡ ਦੇ ਨਾਈਆਂ ਦਾ ਵੀ ਖੋਖਾ ਸੀ। ਫਿਰ ਕੀ ਸੀ, ਤਿਮਾਰਦਾਰੀ ਲਈ ਆਏ ਗਏ ਲਈ ਮਾਧੋ ਚਾਹ ਪਾਣੀ ਦਾ ਤਾਂਤਾ ਬੰਨ੍ਹੀ ਰੱਖਦਾ ਸੀ। ਮੁਖੀ ਸਾਹਿਬ ਨੇ ਝੜਕਿਆ, ਮਾਧੋ ਰਾਮ, ਚਾਹ ਪਾਣੀ ਦੀ ਲੋੜ ਨਹੀਂ, ਤੂੰ ਜਾ ਦਫ਼ਤਰ। ਐਂ ਕਿਵੇਂ ਵਗ ਜੂ, ਤੂੰ ਇੱਥੇ ਇਕੱਲਾ? ਮੈਂ ਧਾਰ ਕਢਾਉਣੀ ਆ ਦਫ਼ਤਰ ਤੋਂ। ਉਹ ਭਾਈ ਤੇਰੀ ਨੌਕਰੀ ਚਲੀ ਜਾਊ, ਮੁਖੀ ਨੇ ਤਰਲਾ ਕੀਤਾ। ਜਾਂਦੀ ਰਹੇ, ਮੈਂ ਤਾਂ ਬੀਬੀ ਦੇ ਜਾਣ ਤੱਕ ਹਿਲਦਾ ਨਹੀਂ ਭੋਰਾ। ਇਸ ਹਿੰਡ ਨੇ ਮੁਖੀ ਦਾ ਰੋਣਾ ਕੱਢ ਦਿੱਤਾ। ਧੁਖਦੀ ਗੱਲ ਬਾਹਰ ਨਿਕਲੀ ਤਾਂ ਮਾਧੋ ਦੀ ਅਖੜਤਾ, ਬੇਬਾਕੀ, ਮੂਰਖਤਾ, ਮਾਸੂਮੀਅਤ ਅਤੇ ਸਾਦਗੀ ਨੇ ਅਦਾਰੇ ਦੀ ਫਿਜ਼ਾ ਵਿੱਚ ਅਣਚਾਹਿਆ ਅਤੇ ਅਣਕਿਆਸਿਆ ਰੰਗ ਘੋਲ ਦਿੱਤਾ। ਪਰ ਇਹ ਰੰਗ ਛੇਤੀ ਖੁਰ ਗਿਆ। ਜਿਵੇਂ ਕਿ ਅਕਸਰ ਹੁੰਦਾ, ਸਮਾਂ ਤੇਜ਼ੀ ਨਾਲ ਗੁਜ਼ਰਿਆ ਅਤੇ ਭੁੱਲਣ ਦੇ ਆਦੀ ਲੋਕ ਭੁੱਲ ਹੀ ਗਏ ਕਿ ਕਿਸੇ ਹੋਰ ਮਿੱਟੀ ਦਾ ਇੱਕ ਜੀਵ ਮਾਧੋ ਵੀ ਅਦਾਰੇ ਦੀ ਚਾਰ ਦੀਵਾਰੀ ਵਿੱਚ ਤੁਰਿਆ ਫਿਰਦਾ ਸੀ। ਮੈਂ ਖੁਦ ਮਾਧੋ ਨੂੰ ਭੁੱਲ ਗਿਆ ਸਾਂ, ਪਰ ਨਾ ਚਾਹੁਣ ਦੇ ਬਾਵਜੂਦ ਮਾਧੋ ਬਾਰੇ ਕੁਝ ਨਾ ਕੁਝ ਸੁਣਨ ਨੂੰ ਮਿਲਦਾ। ਕਿਸੇ ਦੱਸਿਆ, ਮਾਧੋ ਛੁੱਟੀ ਵਾਲੇ ਦਿਨ ਵੀ ਕਲਰਕਾਂ, ਅਫਸਰਾਂ ਅਤੇ ਮਾਲੀਆਂ ਦੀਆਂ ਬੁੱਤੀਆਂ ਕਰੀ ਜਾਂਦਾ, ਬਿਨਾਂ ਕਿਸੇ ਲੱਭ ਲਾਲਚ। ਇੱਕ ਦਿਨ ਮੈਂ ਟੋਕਿਆ, ਕਿਉਂ ਹੱਡ ਗਾਲਦੇ ਹੋ ਮਾਧੋ ਰਾਮ, ਘਰ ਬੈਠਿਆ ਕਰੋ ਆਰਾਮ ਨਾਲ। ਘਰ ਬੈਠਣ ਨੂੰ ਤੇਰੇ ਜੇ ਥੋੜ੍ਹੇ ਆ। ਜਿੱਦਾਂ ਹੱਡ ਰੱਖ ਹੋ ਗਏ ਨਾ ਕੰਮੀ ਕਮੀਣ, ਭੂਤਨੀ ਭੁੱਲ ਜੂ ਤੇਰੇ ਵਰਗਿਆਂ ਦੀ। ਜਿੱਦਾਂ ਹੱਡ ਰੱਖ ਹੋ ਗਏ ਨਾ ਕੰਮੀ ਕਮੀਣ, ਭੂਤਨੀ ਭੁੱਲ ਜੂ ਤੇਰੇ ਵਰਗਿਆਂ ਦੀ। ਅਖੇ ਘਰੇ ਬੈਠਿਆ ਕਰ। ਮਾਧੋ ਅਨਪੜ੍ਹ ਸੀ, ਪਰ ਲੱਗਦਾ ਜ਼ਿੰਦਗੀ ਨੂੰ ਬਾਖੂਬੀ ਪੜ੍ਹਨਾ ਜਾਣਦਾ ਸੀ। ਉਸ ਤੋੜਾ ਝਾੜਿਆ, ਹੱਡ ਤਾਂ ਫੂਸ ਵਾਂਗੂ ਮੱਚਣਗੇ ਸਾਊ, ਜਿੱਦੇ ਲਾਂਬੂ ਲੱਗਿਆ। ਮੈਂ ਸੋਚਿਆ ਕੁਝ ਵੀ ਸੀ, ਮਾਧੋ ਇਸ ਜ਼ਮਾਨੇ 'ਚ ਫਿੱਟ ਨਹੀਂ ਸੀ। ਇੱਕੋ ਸਮੇਂ ਉਸ ਵਿੱਚ ਹੀਣਤਾ ਭਾਵ ਅਤੇ ਜ਼ਹਿਰ ਭਰੀ ਪਈ ਸੀ। ਕਿਹੜਾ ਰੂਪ ਕਦੋਂ ਬਾਹਰ ਆ ਜਾਵੇ ਪਤਾ ਨਹੀਂ ਸੀ। ਡਰਦਿਆਂ ਅਤੇ ਵਾਹ ਲੱਗਦੇ ਮੈਂ ਮਾਧੋ ਤੋਂ ਦੂਰ ਰਹਿਣ ਵਿੱਚ ਹੀ ਭਲਾ ਸਮਝਦਾ। ਅਚਾਨਕ ਸਰਕਾਰ ਨੇ ਡੇਲੀ ਵੇਜਸ ਦੀ ਉਜਰਤ ਦੂਣੀ ਕਰ ਦਿੱਤੀ ਤਾਂ ਮਾਧੋ ਫਿਰ ਮੇਰੇ ਸਾਹਮਣੇ ਆ ਖੜਿਆ। ਇੱਕ ਦਿਨ ਮੈਂ ਫਿਰ ਉਹਦੇ ਪਿੰਡ ਚਲਿਆ ਗਿਆ। ਮੈਨੂੰ ਵੇਖਦਿਆਂ ਹੀ ਰੁੱਕੋ ਮੇਰੇ ਪੈਰਾਂ ਵੱਲ ਨੂੰ ਲਪਕੀ। ਮੈਂ ਰੋਕਿਆ ਤਾਂ ਬੁਰਾ ਮੰਨ ਗਈ। ਤੁਸੀਂ ਤਾਂ ਮਾਂ ਪਿਓ ਤੋਂ ਵੱਧ ਕੀਤੀ, ਮੱਥਾ ਤਾਂ ਟੇਕੂੰਗੀ। ਮੈਂ ਘਰ ਦੇ ਗੁਜ਼ਾਰੇ ਬਾਰੇ ਪੁੱਛਿਆ ਤਾਂ ਅੱਖਾਂ ਭਰ ਆਈ। ਢਿੱਡ ਝੁਲਕਣ ਦਾ ਕੀ ਹੈ ਜੀ, ਜਦ ਸਿਰ ਨੰਗਾ ਹੋ ਗਿਆ। ਹੁਣ ਕੰਮ ਨਹੀਂ ਕਰਦੇ ਤੁਸੀਂ? ਮੈਂ ਗੱਲ ਟਾਲੀ। ਕਿਉਂ ਜੀ, ਕੰਮ ਕਿਉਂ ਨਾ ਕਰੂੰ? ਅੱਜ ਮੈਂ ਨਹੀਂ ਕਰੂੰਗੀ, ਕੱਲ੍ਹ ਨੂੰ ਕੁੜੀਆਂ ਨਹੀਂ ਕਰਨਗੀਆਂ।
ਮੈਂ ਦੇਖਿਆ ਉਹਦੇ ਸਿਰ ਦੇ ਵਾਲ ਰੁੱਖੇ, ਉਲਝੇ ਹੋਏ, ਚਮੜੀ ਖੁਸ਼ਕ ਅਤੇ ਲਾਖੀ ਸੀ। ਉਮਰ ਦੇ ਹਿਸਾਬ ਉਹਦੇ ਚਿਹਰੇ 'ਤੇ ਵਿਧਵਾ ਹੋਣ ਦਾ ਝੋਰਾ ਸਾਫ਼ ਝਲਕਦਾ ਸੀ। ਹਾਲਾਂਕਿ ਮੰਜੇ ਨਵੇਂ ਵਾਣ ਨਾਲ ਉਣੇ ਦਿਸਦੇ ਸਨ। ਵਿਹੜੇ ਵਿੱਚ ਕੁੱਤਾ ਨਲਕਾ ਲੱਗ ਚੁੱਕਾ ਸੀ ਤੇ ਬਾਲੜੀਆਂ ਦੇ ਲੀੜਿਆਂ 'ਚੋਂ ਸੰਡੇ ਮਾਰਕੀਟ ਸਾਫ਼ ਦਿਸ ਰਹੀ ਸੀ। ਫਿਰ ਵੀ ਕੁਝ ਸੀ ਜਿੱਥੋਂ ਮੈਨੂੰ ਅਚ ਵੀ ਹੋਈ। ਮੈਂ ਗੱਲ ਬਦਲੀ। ਉੱਥੇ ਤਾਂ ਮਾਧੋ ਨੇ ਜੀ ਸਾਰਿਆਂ ਦਾ ਦਿਲ ਜਿੱਤ ਲਿਆ, ਖੁਸ਼ ਨੇ ਬਹੁਤ। ਕਾਹਨੂੰ ਜੀ, ਭੋਰਾ ਨਹੀਂ। ਕਿਉਂ, ਹੁਣ ਤਾਂ ਪੈਸੇ ਵੀ ਵੱਧ ਗਏ। ਇੱਕ ਦਿਨ ਛੋਟੀ ਨੂੰ ਚਪੇੜ ਕੱਢ ਮਾਰੀ, ਪਿੱਛੋਂ ਰੋਈ ਗਏ। ਕਹਿੰਦੇ ਨਮੋਹੇ ਲੋਕਾਂ 'ਚ ਰਹਿਣਾ ਬਹੂ, ਤਾਂ ਹੱਥ ਚੱਕਿਆ ਗਿਆ। ਅਸੀਂ ਕਿਹਾ ਉੱਥੇ ਤਾਂ ਪੜ੍ਹੇ ਲਿਖੇ ਆ। ਕਹਿੰਦੇ ਚੁੱਪ ਭਲੀ ਸਾਊ, ਕੁੜੀਆਂ ਦੀ ਸੰਗੀ ਘੁੱਟਦੀ, ਪਰ ਉੱਥੇ ਨਾ ਪੈਰ ਪਾਉਣ ਦੇਈਂ। ਮੈਂ ਰੁੱਕੋ ਦੇ ਤਣੇ ਮੱਥੇ ਵੱਲ ਦੇਖਿਆ ਤੇ ਨੀਵੀਂ ਪਾ ਲਈ। ਮਾਧੋ ਕਿਸ ਅੱਖ ਨਾਲ ਅਦਾਰਾ ਵੇਖ ਰਿਹਾ ਸੀ, ਇਹ ਸੋਚ ਭੈ ਆਇਆ। ਉਸ ਦਿਨ ਤੋਂ ਬਾਅਦ ਮੈਂ ਨਾ ਚਾਹੁਣ 'ਤੇ ਵੀ ਮਾਧੋ ਤੋਂ ਪਾਸਾ ਵੱਟ ਲਿਆ, ਪਰ ਇਹ ਮੇਰੀ ਹੋਣੀ ਨਹੀਂ ਸੀ। ਇੱਕ ਦਿਨ ਪ੍ਰਸ਼ਨ ਬਣ ਕੇ ਮਾਧੋ ਫੇਰ ਆ ਖੜਾ। ਪੀਅਨ ਕੀ ਹੁੰਦਾ ਸਾਊ? ਕਿਉਂ ਨੂੰ ਛੱਡ, ਪਤਾ ਨਹੀਂ ਤੁਰਦਾ ਹੋ, ਮੈਂ ਹੋਰ ਕਿਸੇ ਨੂੰ ਪੁੱਛ ਲੂੰ। ਬੰਦਾ ਹੁੰਦਾ ਹੋਰ ਕੀ। ਝੂਠ। ਉਸ ਮੱਥਾ ਤਣਿਆ, ਹੱਥ ਝਟਕੇ। ਕਿਵੇਂ? ਅੱਗੋਂ ਉਹਨੇ ਜੋ ਕਹਾਣੀ ਸੁਣਾਈ ਉਹ ਮੇਰੇ ਦੰਦ ਜੋੜਨ ਲਈ ਕਾਫੀ ਸੀ। ਵਿਭਾਗ ਦੇ ਬਾਹਰ ਵੱਡੇ ਲਾਅਨ ਦੀਆਂ ਨੁੱਕਰਾਂ ਤੇ ਬੁਗਨਵਿਲੀਆ ਦੀਆਂ ਵੇਲਾਂ ਦੇ ਵੱਡੇ ਝੁੰਡ ਸਨ। ਉੱਪਰੋਂ ਫੈਲੇ ਹੋਏ, ਮੁੱਢਾਂ ਵੱਲੋਂ ਖਾਲੀ। ਭਰ ਗਰਮੀ ਅਤੇ ਲੂਆਂ ਵਿੱਚ ਅਕਸਰ ਪੜ੍ਹਨ ਵਾਲੇ ਮੁੰਡੇ ਕੁੜੀਆਂ ਪੜ੍ਹਨ ਬਹਾਨੇ ਉਹਨਾਂ ਹੇਠ ਜਾ ਬੈਠਦੇ, ਚੋਲ ਮੋਲ ਕਰਦੇ। ਇੱਕ ਦਿਨ ਮਾਧੋ ਜਾ ਬੈਠਾ। ਥੋੜ੍ਹੀ ਵਿੱਥ 'ਤੇ ਮੁੰਡਾ ਕੁੜੀ ਬੈਠੇ ਸੀ। ਮੁੰਡਾ ਕੁਝ ਅੱਗੇ ਵਧਣ ਲੱਗਾ ਤਾਂ ਕੁੜੀ ਨੇ ਟੋਕਿਆ, ਨਾ ਦਿਸਦਾ ਨਹੀਂ ਭਾਈ ਬੈਠਾ। ਛੱਡ ਯਾਰ, ਪੀਅਨ ਹੈ ਵਿਚਾਰਾ। ਮੈਂ ਲੱਖ ਦਲੀਲਾਂ ਦਿੱਤੀਆਂ, ਹੱਥ ਜੋੜੇ, ਮੁੰਡੇ ਦੀ ਮੂਰਖਤਾ ਤੇ ਬੇਸ਼ਰਮੀ ਦਾ ਵਾਸਤਾ ਦਿੱਤਾ, ਪਰ ਮਾਧੋ ਨਹੀਂ ਮੰਨਿਆ। ਝੂਠ। ਬੰਦਾ ਹੁੰਦਾ। ਮੁੰਡਾ ਮੇਰੀ ਕਾਣ ਨਾ ਮੰਨਦਾ। ਕੋਈ ਨਹੀਂ, ਕਿਸੇ ਹੋਰ ਵੱਡੇ ਬਾਊ ਤੋਂ ਪੁੱਛੂੰ। ਮੈਂ ਜਾਣਦਾ ਸਾਂ ਅਦਾਰੇ ਦੇ ਪ੍ਰਬੰਧ ਵਿੱਚ ਪੀਅਨ ਅਜਿਹੇ ਬੰਦਿਆਂ ਦੀ ਕੋਟੀ ਵਿੱਚ ਨਹੀਂ ਸਨ ਆਉਂਦੇ ਜਿਨ੍ਹਾਂ ਦੀ ਕਾਣ ਮੰਨੀ ਜਾਵੇ, ਪਰ ਮਾਧੋ ਜੇ ਸੱਚੇ ਸੁੱਚੇ ਬੰਦੇ ਦੇ ਮਨ ਵਿੱਚ ਇਹ ਭਾਵਨਾ ਪਣਪ ਜਾਣੀ ਖਤਰਨਾਕ ਸੀ। ਅਚਾਨਕ ਰਾਜਨੀਤਿਕ ਉਥਲ-ਪੁਥਲ ਹੋਈ ਤੇ ਅਦਾਰੇ ਦਾ ਚੀਫ ਬਦਲ ਦਿੱਤਾ ਗਿਆ। ਦੇਖਦੇ ਹੀ ਦੇਖਦੇ ਉਹ ਕਹਾਵਤ ਤਾਂਡਵ ਨੱਚਣ ਲੱਗੀ ਜਿਸ ਵਿੱਚ ਕਿਹਾ ਜਾਂਦਾ, ਹਵਾ ਵਗੇ ਤਾਂ ਚੂਹੇ ਦੀ ਖੁੱਡ ਵਿੱਚ ਵੀ ਲੱਗਦੀ ਹੈ। ਚੀਫ ਸਫਾਈ ਪਸੰਦ ਅਤੇ ਸਖਤ ਸੁਭਾਅ ਸੀ। ਅਫਸਰਸ਼ਾਹੀ ਤੋਂ ਸਵੀਪਰਾਂ ਤੱਕ ਦੀ ਸ਼ਾਮਤ ਆ ਗਈ। ਦਫ਼ਤਰਾਂ ਦੀ ਰੱਦੀ, ਟੁੱਟਾ ਭੱਜਾ ਫਰਨੀਚਰ, ਕਮਰਾਂ 'ਚ ਬਣੀਆਂ ਕਿਚਨਾਂ ਵਿੱਚ ਚਾਹ ਨਾਲ ਪੈਣ ਵਾਲਾ ਗੰਦ ਆਦਿ ਚੈੱਕ ਕੀਤਾ ਜਾਣ ਲੱਗਾ। ਮਾਧੋ ਖੁਸ਼ ਹੋਇਆ। ਦਫ਼ਤਰ ਜਿਹੜਾ ਉਹਨੂੰ ਸਫਾਈ ਕਰਦੇ ਨੂੰ ਵੇਖ ਕੇ ਟਿਚਰਾਂ ਕਰਦਾ ਸੀ, ਇੱਕ ਦੂਜੇ ਵੱਲ ਵੇਖਣ ਲੱਗਾ। ਅਚਾਨਕ ਗਸ਼ਤੀ ਚਿੱਠੀ ਨੇ ਮਾਧੋ ਨੂੰ ਉਦਾਸ ਕਰ ਦਿੱਤਾ। ਅਦਾਰੇ ਵਿਚਲੀ ਰਿਹਾਇਸ਼ ਵਾਲਿਆਂ ਲਈ ਆਦੇਸ਼ ਸੀ, ਰਾਖਵੇਂ ਕੁੱਤੇ ਬੰਨ੍ਹ ਲਏ ਜਾਣ, ਬਾਕੀਆਂ ਨੂੰ ਮਿਊਨਿਸਪੈਲਿਟੀ ਵਾਲੇ ਕੁਚਲੇ ਪਾ ਦੇਣਗੇ। ਮਾਧੋ ਲਈ ਮਰਨ ਹੋ ਗਿਆ। ਕਈ ਦਿਨ ਉਹ ਹਰ ਕਿਸੇ ਨੂੰ ਪੁੱਛਦਾ ਰਿਹਾ, ਕੀ ਕਰਨਗੇ ਦਰਵੇਸ਼ਾਂ ਦਾ? ਜਦੋਂ ਪਤਾ ਲੱਗਦਾ ਕਿ ਹੋ ਸਕਦਾ ਮਾਰ ਦੇਣ ਤਾਂ ਅੱਗੋਂ ਪੁੱਛਦਾ, ਸਾਊ ਕਿਉਂ ਵੈਰ ਪੈ ਗਏ ਇਹਨਾਂ ਦੇ? ਇਹਦਾ ਕਿਸੇ ਕੋਲ ਕੋਈ ਉੱਤਰ ਨਹੀਂ ਸੀ। ਅਦਾਰੇ ਦੇ ਕਈ ਗੇਟ ਸਨ, ਪਤਾ ਨਹੀਂ ਕਿੱਥੋਂ ਆ ਵੜਦੇ ਸਨ। ਕੋਈ ਉੱਤਰ ਨਾ ਮਿਲਿਆ ਤਾਂ ਮਾਧੋ ਕਰਮਚਾਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਪੈਰੀਂ ਲਿਟਣ ਲੱਗਾ, ਰੱਬ ਦਾ ਵਾਸਤਾ ਦਰਵੇਸ਼ਾਂ ਦੀ ਜਾਨ ਨਾ ਲਓ ਏ ਸਾਊ। ਜੋਸ਼ੀ ਸਾਹਿਬ ਤੇ ਮੈਂ ਸਾਰਿਆਂ ਨੇ ਕਿਹਾ, ਮਾਧੋ ਜੀ ਉੱਪਰੋਂ ਹੁਕਮ ਆ। ਅਗਲੇ ਭਲਕ ਜੋ ਨਹੀਂ ਸੀ ਹੋਣਾ ਚਾਹੀਦਾ ਉਹ ਵਾਪਰ ਗਿਆ। ਮਾਧੋ ਚੀਫ ਸਾਹਮਣੇ ਜਾ ਖੜਾ ਹੋਇਆ। ਚੀਫ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਸੀ। ਸਿਕਿਉਰਿਟੀ ਦੇ ਕਈ ਪੜਾਅ ਸਨ। ਕੰਮ ਦੱਸੋ, ਚਿੱਟ ਭੇਜੋ, ਟਾਈਮ ਲਓ, ਸੈਕਟਰੀ ਨੂੰ ਮਿਲੋ, ਫਿਰ ਵੀ ਵਾਰੀ ਸਿਰ ਆਓ। ਮਾਧੋ ਅੱਗਾ ਦੇਖਿਆ ਨਾ ਪਿੱਛਾ, ਤੁਸ ਦਿੱਤੀ ਤੇ ਅੰਦਰ। ਹੋ ਸਕਦਾ ਸਿਕਿਉਰਿਟੀ ਵਾਲਿਆਂ ਸਵੀਪਰ ਆਦਿ ਸਮਝ ਕੇ ਨਾ ਗੌਲਿਆ ਹੋਵੇ। ਇਸੇ ਦੌਰਾਨ ਉਸ ਤੋਂ ਕਈ ਭੁੱਲਾਂ ਹੋ ਗਈਆਂ। ਦਫ਼ਤਰ ਤੋਂ ਬਾਹਰ ਬੈਠੇ ਚਪੜਾਸੀ ਨੂੰ ਧੱਕਣਾ, ਬਿਨਾਂ ਇਜਾਜ਼ਤ ਚੱਲਦੀ ਮੀਟਿੰਗ 'ਚ ਦਖਲ ਦੇਣਾ, ਪਰਨਾ ਗਲ 'ਚ ਪਾ ਕੇ ਭੋਏ ਨਮਸਕਾਰਦੇ ਹੋਏ ਜ਼ਮੀਨ 'ਤੇ ਜਾ ਬੈਠਣਾ,
ਚਪੜਾਸੀ ਮਗਰੇ ਦੌੜਦਾ ਅੰਦਰ ਆਇਆ। ਮੀਟਿੰਗ 'ਚ ਸੁੰਨ ਵਰਤ ਗਈ। ਕੌਣ ਹੈ ਇਹ? ਚੀਫ ਖੜਕਿਆ। ਜੀ, ਦਰਬਾਨ ਦੀ ਘਿੱਗੀ ਵੱਜ ਗਈ। ਮਾਧੋ ਉੱਠਿਆ ਤੇ ਨੀਵੀਂ ਪਾਈ ਬੋਲਿਆ, ਸਾਹਿਬ ਜੀ, ਤਖ਼ਤਾਂ ਵਾਲੇ ਹੋ ਤੁਸੀਂ, ਦਾਤੇ ਹੋ ਸਾਡੇ। ਆਹ ਹੱਥ ਜੋੜੇ ਆ ਮੇਰੇ, ਕਹਿੰਦੇ ਤੁਹਾਡੇ 'ਚੋਂ ਦਰਵੇਸ਼ਾਂ ਦਾ ਰੱਬ ਬਣ ਗਿਆ ਕੋਈ। ਸਾਹਿਬ ਜੀ, ਹੱਥ ਜੋੜਿਆ, ਮੇਰੇ ਰੱਬ ਨਾ ਬਣੋ ਸਾਊ। ਮਾਧੋ ਇੱਕੋ ਸਮੇਂ ਤਰਲੇ, ਮਿੰਨਤ ਅਤੇ ਜਬੇ ਨਾਲ ਕਿਹਾ। ਮੀਟਿੰਗ ਵਿੱਚ ਬੈਠੇ ਸਾਰੇ ਇੱਕ ਦੂਜੇ ਵੱਲ ਝਾਕ ਕੇ ਚੀਫ ਅਣਜਾਣ ਬਣਦੇ ਚਪੜਾਸੀ ਨੂੰ ਕੜਕਿਆ, ਸਿਕਿਉਰਿਟੀ ਕਿੱਥੇ ਆ? ਕੱਢ ਬਾਹਰ ਇਹਨੂੰ। ਤਦੇ ਕੋਈ ਮੈਂਬਰ ਕੁਰਸੀ ਤੋਂ ਉੱਠੇ ਮਾਧੋ ਨੇੜੇ ਆਏ। ਬਾਬਾ ਜੀ, ਆਰਾਮ ਨਾਲ ਦੱਸੋ, ਕੀ ਹੋਇਆ? ਕੌਣ ਬਣ ਗਿਆ ਰੱਬ? ਜੱਗੋਂ 13ਵੀਂ ਹੋ ਗਈ ਸਾਊ, ਬਰਾਬਰ ਦੇ ਨੂੰ ਮਾਰ ਦਿਓ, ਕੋਈ ਹਰਖ ਨਹੀਂ। ਆਹ ਬੇਜਵਾਨਾਂ ਤੇ ਹੀ ਧਰ ਲਿਆ ਵਾਢਾ। ਗੱਲ ਸਿੱਧੀ ਕਰੋ ਬਾਬਾ ਜੀ, ਸਮਝ ਨਹੀਂ ਆਈ। ਮਾਧੋ ਧਮਕਿਆ। ਸਿੱਧੀ ਨੂੰ ਫਾਰਸੀ ਬੋਲਦਾ ਮੈਂ? ਅਖੇ ਬਗਲ 'ਚ ਕਤੀੜ ਫਿਰਦੀ ਆ, ਅਖੇ ਮਾਰ ਦਿਓ। ਰੁੱਖੀ ਮਿੱਸੀ ਖਾਂਦੇ ਆ ਤਾਂ? ਚਲੋ ਮੰਨਿਆ, ਮਾਰ ਦਿਓ। ਆ ਜਿਹੜੇ ਬੰਦੇ ਫਿਰਦੇ ਆ ਕਤੀੜਾ ਵਰਗੇ, ਉਹਨਾਂ ਨੂੰ ਵੀ ਮਾਰੋ, ਨਹੀਂ ਤਾਂ ਲਾ ਲਓ ਜ਼ੋਰ, ਮੈਂ ਨਹੀਂ ਮਾਰਨ ਦਿੰਦਾ। ਮਾਧੋ ਗੁੱਸੇ 'ਚ ਪਰਨਾ ਛੰਡਦਾ ਬਾਹਰ ਨਿਕਲ ਗਿਆ। ਮੀਟਿੰਗ 'ਚ ਖਲਬਲੀ ਮੱਚ ਗਈ। ਗੱਲ ਸਾਫ਼ ਹੋਈ ਤਾਂ ਮੈਂਬਰਾਂ ਵੱਲੋਂ ਹੀ ਗਸ਼ਤੀ ਚਿੱਠੀ ਦਾ ਵਿਰੋਧ ਹੋਣ ਲੱਗਿਆ। ਐਨੀਮਲ ਐਕਟ ਦੀ ਚਰਚਾ ਉੱਚੀ ਹੋਈ। ਕੁਝ ਮੈਂਬਰ ਚੀਫ ਨੂੰ ਹਲੇ ਡਰਾ ਹੀ ਰਹੇ ਸਨ ਕਿ ਚੀਫ ਦੇ ਸੂਈਏ ਚੀਫ ਦੇ ਕੰਨ 'ਚ ਖਬਰ ਦਿੱਤੀ। ਕੋਈ ਬਜ਼ੁਰਗ ਕੋਨੇ 'ਚ ਪਏ ਕਿਸੇ ਸਵੀਪਰ ਦੇ ਝਾੜੂ ਵਿਚਲੀ ਡਾਂਗ ਕੱਢ ਕੇ ਹੱਥ 'ਚ ਫੜੀ ਬਾਹਰ ਖੜਾ ਸੀ। ਇਸ ਤੋਂ ਪਹਿਲਾਂ ਕਿ ਚੀਫ ਕੱਪੜਿਆਂ 'ਚੋਂ ਬਾਹਰ ਹੁੰਦਾ ਤੇ ਹੋਈ ਹੇਠੀ ਦਾ ਮੁੱਲ ਪਾਉਂਦਾ, ਕਿਸੇ ਮੈਂਬਰ ਸਿਆਣਪ ਤੋਂ ਕੰਮ ਲੈਂਦੇ ਮਸਲੇ ਦਾ ਜਿੰਮਾ ਆਪਣੇ ਸਿਰ ਲੈ ਲਿਆ ਤੇ ਬਾਹਰ ਆ ਮਾਧੋ ਲਾਗ ਆ ਖੜਿਆ। ਤੁਸੀਂ ਠੀਕ ਕਿਹਾ ਬਾਬਾ ਜੀ, ਆਪਾਂ ਨੂੰ ਰੱਬ ਨਹੀਂ ਬਣਨਾ ਚਾਹੀਦਾ। ਚਲੋ ਤੁਸੀਂ ਦੱਸੋ, ਇਹਨਾਂ ਅਵਾਰਾ ਦਰਵੇਸ਼ਾਂ ਦਾ ਕੀ ਕਰੀਏ? ਆਪਾਂ ਨੂੰ ਚਾਰ ਦੀਵਾਰੀ ਅੰਦਰ ਨਹੀਂ ਚਾਹੀਦੇ ਇਹ। ਮਾਧੋ ਸੋਚੀ ਪੈ ਗਿਆ। ਰੱਬ ਦਾ ਵਾਸਤਾ ਮਾਰੋ ਨਾ, ਮੈਂ ਛੱਡ ਆਊਂ ਕਿਤੇ ਇੱਕ ਇੱਕ ਕਰਕੇ। ਬਿਲਕੁਲ ਠੀਕ। ਚਲੋ ਹਫ਼ਤਾ ਦਿੱਤਾ, ਪਰ ਕੁੱਤਾ ਨਾ ਦਿਸੇ ਅੰਦਰ ਅਵਾਰਾ। ਹਫ਼ਤੇ 'ਚ ਤਾਂ 7 ਹੀ ਛੱਡ ਕੇ ਆਊਂ ਨਾ, ਜੇ ਵੱਧ ਹੋਏ। ਚਲੋ ਮਹੀਨਾ ਦਿੱਤਾ, ਠੀਕ ਹੈ? ਖੁਸ਼? ਜਿਉਂਦਾ ਰਹਿ ਸਾਊ। ਮਾਧੋ ਨੇ ਉਸ ਸੱਜਣ ਦੇ ਪੈਰ ਛੂਏ, ਪਰਤਣ ਲੱਗਿਆਂ ਹੱਥ ਜੋੜੇ, ਭਰੇ ਗਲੇ ਨਾ ਕਿਹਾ, ਭਾਗ ਲੱਗਣਗੇ ਭਾਈ ਸਭ ਨੂੰ। ਰੱਬ ਸਿੱਧਾ ਦਿੰਦਾ ਇਹਨਾਂ ਨੂੰ। ਕੁਰਸੀਆਂ ਕਾਇਮ ਰੱਖੂ ਦਾਤਾ, ਸੀਸਾਂ ਦੇਣਗੇ ਦਰਵੇਸ਼। ਕਿਸੇ ਦੀ ਜਾਣ ਲਈ ਸਰਦਾ ਹੋਊ, ਮੇਰੀ ਲੈ ਲਿਓ ਸਾਊ। ਇਸ ਤੋਂ ਅਗਲਾ ਅਦਾਰੇ ਵਿਚਲਾ ਦ੍ਰਿਸ਼ ਇੱਕੋ ਸਮੇਂ ਦੁਖਦਾਊ ਅਤੇ ਪੀੜ ਭਰਿਆ ਸੀ। ਗਸ਼ਤੀ ਚਿੱਠੀ ਦੀ ਭਣਕ ਅਤੇ ਮਾਧੋ ਦੀ ਹਰਕਤ ਕਿਸੇ ਅਖਬਾਰ ਦੇ ਢੇਹੇ ਚੜ੍ਹ ਗਈ। ਕਈ ਤਾਂ ਮਾਧੋ ਨੂੰ ਚੇਚਾ ਦੇਖਣ ਚੱਲੇ ਆਏ। ਚੀਫ ਹੇਠੀ ਦੀ ਵਿਸ ਘੋਲਣ ਲੱਗਾ। ਮਾਧੋ ਹਰ ਸ਼ਾਮ ਛੁੱਟੀ ਮਗਰੋਂ ਬੜੀ ਮੁਸ਼ਕਿਲ ਨਾਲ ਇੱਕ ਕੁੱਤਾ ਫੜਦਾ, ਬੋਰੀ 'ਚ ਪਾ ਕੇ ਸਾਈਕਲ ਦੇ ਕੈਰੀਅਰ 'ਤੇ ਲੱਦਦਾ, ਹਨੇਰੇ ਪਏ ਕਿਤੇ ਦੂਰ ਜਾ ਕੇ ਦੁਪਹਿਰ ਦੀ ਰੋਟੀ ਵਿੱਚੋਂ ਬਚਾਈ ਬੁਰਕੀ ਪਾਉਂਦਾ ਤੇ ਆਖਦਾ, ਲੈ ਭਾਈ, ਪਤਾ ਨਹੀਂ ਤੇਰਾ ਇੱਥੇ ਕਿਤੇ ਲਿਖਤਾ ਦਾਣਾ ਪਾਣੀ ਦਾਤੇ ਨੇ। ਕਰਮਚਾਰੀ ਟਿੱਚਰਾਂ ਕਰਦੇ, ਜੁਮਲੇ ਕੱਸਦੇ। ਉਹਦੀ ਅੱਲ ਕੁੱਤਿਆਂ ਵਾਲੇ ਮਾਧੋ ਦੀ ਪੈ ਰਹੀ ਸੀ। ਯੂਨੀਅਨ ਪ੍ਰਧਾਨ ਹੱਥ ਚੱਬ ਰਿਹਾ ਸੀ। ਮਾਧੋ ਹੱਸ ਕੇ ਟਾਲ ਦਿੰਦਾ। ਉਹਦੀ ਖਾਨਿਓ ਜਾਂਦੀ ਜਦੋਂ ਰਾਤ ਨੂੰ ਦੂਰ ਛੱਡਿਆ ਕੁੱਤਾ ਸਵੇਰੇ ਫਿਰ ਅਦਾਰੇ 'ਚ ਉਹਦੇ ਪੈਰ ਚੱਟ ਰਿਹਾ ਹੁੰਦਾ। ਕਿਸੇ ਨੇ ਕਿਹਾ, ਕੁੱਤੇ ਸੁੰਘ ਕੇ ਰਾਹ ਲੱਭ ਲੈਂਦੇ ਆ, ਪਾਣੀ ਤੋਂ ਪਾਰ ਛੱਡ ਦਿਓ ਤਾਂ ਸੁੰਘਣਾ ਕੰਮ ਨਹੀਂ ਕਰਦਾ। ਮਾਧੋ ਨਹਿਰੋਂ ਪਾਰ ਜਾ ਕੇ ਛੱਡਣ ਲੱਗਾ। ਕੁਝ ਵੀ ਸੀ, ਮਾਧੋ ਹਾਰ ਨਹੀਂ ਸੀ ਮੰਨ ਰਿਹਾ। ਆਹਿਸਤਾ ਆਹਿਸਤਾ ਲੋਕ ਉੱਤੇ ਤਰਸ ਖਾਣ ਲੱਗੇ। ਅਖਬਾਰੀ ਖਬਰ ਦਾ ਐਸਾ ਅਸਰ ਹੋਇਆ, ਕੋਈ ਜਾਨਵਰਾਂ ਦੀ ਰਾਖੀ ਵਜੋਂ ਕੰਮ ਕਰਦੀ ਸੰਸਥਾ ਅੱਗੇ ਆਈ ਤੇ ਕਤੀੜ ਤਾਂ ਚੱਕ ਹੀ ਲਈ। ਮਾਧੋ ਵੀ ਸਨਮਾਨ ਦਿੱਤਾ। ਸਨਮਾਨ ਕੀ ਦਿੱਤਾ? ਗਸ਼ਤੀ ਚਿੱਠੀ ਚੀਫ ਦੇ ਗਲੇ ਵਿੱਚ ਰੱਸੀ ਬਣ ਕੇ ਕੱਸੀ ਗਈ। ਮਾਧੋ ਲਈ ਰਹਿੰਦੇ ਵੀ ਕੰਡੇ ਬੀਜੇ ਗਏ। ਇਸ ਘਟਨਾ ਨੇ ਅਧਿਆਪਕਾਂ ਅਤੇ ਕਰਮਚਾਰੀ ਯੂਨੀਅਨਾਂ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ। ਜਿਸ ਨਵੇਂ ਚੀਫ ਦੇ ਨੇੜੇ ਜਾਣ ਦੀ ਕੋਈ ਹਿੰਮਤ ਨਹੀਂ ਸੀ ਕਰਦਾ ਤੇ ਵਫਦ ਮਿਲਣ ਲਈ ਤਰਸਦੇ ਸਨ, ਮਾਮੂਲੀ ਮਾਧੋ ਨੇ ਉਸ ਦਹਿਸ਼ਤ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਸਨ। ਕਈ ਖੁਦਗਰਜ਼ ਚੀਫ ਦੇ ਪੈਰੋਂ ਮਿੱਟੀ ਕੱਢ ਰਹੇ ਸਨ। ਮਾਮੂਲੀ ਬੰਦਾ ਸਿਰ 'ਚ ਛੇਕ ਕਰ ਗਿਆ, ਸਰ ਕੋਈ ਐਲੀਗੇਸ਼ਨ ਲਾਓ ਤੇ ਚੱਲਦਾ ਕਰੋ। ਪਰ ਦਲਿਤ ਕੈਟਾਗਰੀ ਦੀਆਂ ਛਿੱਟਾਂ ਤੋਂ ਬਚ ਕੇ ਕਈਆਂ ਮੈਨੂੰ ਤੇ ਜੋਸ਼ੀ ਸਾਹਿਬ ਨੂੰ ਵੀ ਵਿੱਚ ਲਪੇਟਣ ਦੀ ਸਲਾਹ ਦਿੱਤੀ। ਚੀਫ ਜਾਣਦਾ ਸੀ ਕੁੱਤਿਆਂ ਦੇ ਮਾਮਲੇ 'ਚ ਮਾਧੋ ਕਈ ਸੰਸਥਾਵਾਂ ਦੀ ਅੱਖ ਵਿੱਚ ਸੀ। ਸੰਭਲ ਕੇ ਚੱਲਣ ਦੀ ਲੋੜ ਸੀ। ਕੁਝ ਮਹੀਨੇ ਗੁਜ਼ਰੇ ਜਾਂ ਸੰਭਲਣ ਦੀ ਲੋੜ ਹੀ ਨਾ ਪਈ। ਮਾਧੋ ਖੁਦ ਹੀ ਬਲਦੀ ਦੇ ਮੂੰਹ 'ਚ ਜਾ ਪਿਆ।
सूबे 'ਚ ਨਵੀਂ ਸਰਕਾਰ ਬਣ ਜਾਣ ਕਾਰਨ ਜਿੱਥੇ ਚੀਫ ਬਦਲਿਆ ਸੀ ਉੱਥੇ ਕਈ ਤਰ੍ਹਾਂ ਦੀ ਰਾਜਨੀਤਿਕ ਉਥਲ-ਪਥਲ ਵੀ ਹੋ ਰਹੀ ਸੀ। ਖੁਫੀਆ ਏਜੰਸੀਆਂ ਨੇ ਸੂਹ ਦਿੱਤੀ, ਗਰਮ ਖਿਆਲੀਆ ਅਨਸਰ ਸਿਰ ਚੁੱਕ ਸਕਦਾ ਸੀ, ਜਿਸ ਕਾਰਨ ਲੋੜੀਂਦੇ ਇੰਤਜ਼ਾਮ ਵਿੱਢ ਲਏ ਸਨ। ਸਰਕਾਰਾਂ ਜਾਣਦੀਆਂ ਸਨ ਅਜਿਹੇ ਅਨਸਰ ਵਿੱਦਿਅਕ ਅਦਾਰਿਆਂ ਵਿੱਚ ਵਧੇਰੇ ਪਨਪਦੇ ਸਨ। ਇਸੇ ਲੜੀ ਅਧੀਨ ਪੂਰੇ ਸੂਬੇ ਵਿੱਚ ਕਾਰਵਾਈ ਹੋਈ ਤਾਂ ਇਹ ਸਾਇੰਸ ਅਦਾਰਾ ਵੀ ਉਸ ਦੀ ਲਪੇਟ ਵਿੱਚ ਆ ਗਿਆ। ਅਦਾਰੇ ਵਿੱਚ ਲੁਕਵੀਆਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ। ਅਦਾਰੇ ਦੀ ਮੋਕਲੀ ਚਾਰਦੀਵਾਰੀ ਵਿੱਚ ਜ਼ਮੀਨ ਦਾ ਕਾਫੀ ਰਕਬਾ ਬੇਆਬਾਦ ਪਿਆ ਸੀ, ਜਿਸ ਵਿੱਚ ਘਾਹ ਫੂਸ, ਵੱਡੇ ਅਤੇ ਘਣੇ ਰੁੱਖ ਸਨ। ਚੀਫ ਨੂੰ ਲੱਗਾ ਅਦਾਰੇ ਦਾ ਇਹ ਹਿੱਸਾ ਤਾਂ ਬੜਾ ਖਤਰਨਾਕ ਸੀ। ਸ਼ਾਇਦ ਇਸ ਥਾਂ ਕਦੇ ਭੱਠਾ ਲਗਾਇਆ ਗਿਆ ਸੀ। ਭੋਏ ਉਬੜ-ਖਾਬੜ ਅਤੇ ਉੱਚੀ ਨੀਵੀਂ ਸੀ। ਇਸ ਬੇਆਬਾਦ ਥਾਂ ਵੱਲ ਹੀ ਚੌਕੀਦਾਰਾਂ, ਸਵੀਪਰਾਂ ਅਤੇ ਗਾਰਡਾਂ ਦੇ ਕੁਆਟਰ ਸਨ। ਸੰਘਣੇ ਰੁੱਖਾਂ ਦੀ ਇਸ ਵੱਡੀ ਝਿੜੀ ਵਿੱਚ ਸੰਜੋਗਵਸ ਤ੍ਰਿਵੇਣੀ ਦਾ ਇੱਕ ਵੱਡਾ ਰੁੱਖ ਵੀ ਸੀ। ਪਿੱਪਲ, ਨਿੰਮ ਤੇ ਬੋਹੜ ਇੱਕ ਥਾਂ ਉੱਗੇ ਹੋਏ। ਤ੍ਰਿਵੇਣੀ ਦਾ ਰੁੱਖ ਭਾਵੇਂ ਸੰਘਣੇ ਰੁੱਖਾਂ ਵਿੱਚ ਘਿਰਿਆ ਪਿਆ ਸੀ, ਪਰ ਕੁਆਟਰਾਂ 'ਚ ਰਹਿੰਦੇ ਟੱਬਰ ਤਿੱਥ ਤਿਉਹਾਰ ਵਾਲੇ ਦਿਨ ਤ੍ਰਿਵੇਣੀ ਦੀ ਪੂਜਾ ਕਰਦੇ, ਮੱਥਾ ਟੇਕਦੇ ਤੇ ਆਸਥਾ ਪ੍ਰਗਟ ਰੱਖਦੇ। ਸਭ ਤੋਂ ਨੇੜੇ ਸੰਜੂ ਯਾਦਵ ਦਾ ਕੁਆਟਰ ਸੀ। ਰੁੱਖ ਵੱਢਣ ਦੀ ਗੱਲ ਚੱਲੀ ਤਾਂ ਕਾਮਾ ਸ਼੍ਰੇਣੀ ਦੇ ਘਰੀਂ ਸੋਗ ਪਸਰ ਗਿਆ। ਬਹੁਤੇ ਘਰਾਂ ਦਾ ਚੁੱਲ੍ਹਾ ਇਹਨਾਂ ਰੁੱਖਾਂ ਤੋਂ ਲੱਥੇ ਬਾਲਣ ਆਸਰੇ ਮੱਚਦਾ ਸੀ। ਪਰ ਚੁੱਲ੍ਹਾ ਨਾ ਮੱਚੇ ਕੋਈ ਗੱਲ ਨਹੀਂ, ਆਸਥਾ ਦਾ ਕੀ ਮੁੱਲ ਸੀ? ਕੁਝ ਲੋਕ ਇਕੱਠੇ ਹੋ ਕੇ ਪ੍ਰਧਾਨ ਬਾਂਸਲ ਨੂੰ ਮਿਲੇ ਤਾਂ ਉਹ ਅੱਗੋਂ ਚਾਰੇ ਚੁੱਕ ਕੇ ਪੈ ਗਿਆ। ਬੇਵਕੂਫ ਹੋ ਤੁਸੀਂ, ਮੁੱਕਣ ਦਿਓ ਗੰਦ ਧੀਆਂ ਭੈਣਾਂ ਵਾਲਿਓ। ਕੱਲ੍ਹ ਨੂੰ ਗੁੰਡਾ ਅਨਸਰ ਲੁਕਣ ਛਿਪਣ ਲੱਗ ਗਿਆ ਤਾਂ ਕਿੱਧਰ ਜਾਓਗੇ? ਕਈਆਂ ਨੂੰ ਲੱਗਾ ਗੱਲ ਤਾਂ ਠੀਕ ਸੀ, ਪਰ ਸਾਬਕਾ ਪ੍ਰਧਾਨ ਸ਼ੋਰੀ ਨੂੰ ਲੱਗਾ ਇਹ ਠੀਕ ਨਹੀਂ ਸੀ। ਹੁਣ ਵਕਤ ਸੀ ਉਹ ਬਾਂਸਲ ਦੀ ਮਿੱਟੀ ਪਲੀਤ ਕਰ ਸਕਦਾ ਸੀ। ਉਹਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਸਾਜ਼ਿਸ਼ ਅਧੀਨ ਸੰਜੂ ਯਾਦਵ ਰਾਹੀਂ ਮਾਧੋ ਦੀ ਮਾਸੂਮੀਅਤ ਨੂੰ ਮਾਰੂ ਹਥਿਆਰ ਬਣਾ ਕੇ ਵਰਤਣ ਦੀ ਸੋਚੀ। ਆਸਥਾ ਦੇ ਨਾਂ 'ਤੇ ਪਹਿਲਾਂ ਉਸ ਸੰਜੂ ਦੇ ਕੰਨ ਹੀ ਭਰੇ ਅਤੇ ਸੰਜੂ ਰਾਹੀਂ ਮਾਧੋ ਨੂੰ ਸਿੱਖਿਆ। ਸੰਜੂ ਯਾਦਵ ਮਾਧੋ ਦਾ ਕੁਝ ਵੀ ਨਹੀਂ ਸੀ। ਕੁੱਤੇ ਫੜਨ ਵੇਲੇ ਬੋਰੀ 'ਚ ਪਾਉਣ ਤੇ ਕਿਤੇ ਦੂਰ ਛੱਡ ਕੇ ਆਉਣ ਦੇ ਪੁੰਨ ਵੇਲੇ ਦਾ ਸਾਥੀ ਸੀ। ਗੱਲ ਮਾਧੋ ਕੋਲ ਆਈ ਤਾਂ ਭਾਂਬੜ ਬਣ ਕੇ ਮੱਚ ਉੱਠੀ। ਸੁਣ ਕੇ ਮਾਧੋ ਦੇ ਮੱਥੇ 'ਚੋਂ ਗੁੱਸੇ ਦੀ ਇੱਕ ਕਾਂਗ ਉੱਠੀ ਤੇ ਦੇਹ ਦੇ ਪੋਰਾਂ ਵਿੱਚ ਅਟਕ ਗਈ। ਇਸ ਵਾਰ ਮਾਧੋ ਨੂੰ ਕੁੱਤੇ ਮਾਰਨ ਤੋਂ ਵੀ ਵੱਧ ਪੀੜ ਹੋਈ। ਸ਼ੋਰੀ ਕਿਹਾ, ਕੁੱਤੇ ਤਾਂ ਜੀਵ ਜੰਤੂ ਸਨ, ਤ੍ਰਿਵੇਣੀ ਤਾਂ ਸਿੱਧੇ ਦੇਵੀ ਦੇਵਤੇ ਆ, ਐਂ ਦੇਵੀ ਦੇਵਤੇ ਕਿਵੇਂ ਵੱਢ ਦੇਣਗੇ? ਮਾਧੋ ਰਹਿ ਰਹਿ ਕੇ ਇਹਨਾਂ ਪੜ੍ਹੇ ਲਿਖੇ ਲੋਕਾਂ 'ਤੇ ਖਿਝਣ ਲੱਗਾ। ਇਸ ਤੋਂ ਪਹਿਲਾਂ ਕਿ ਮਾਲੀ, ਚਪੜਾਸੀ, ਸਵੀਪਰ ਅਤੇ ਸਿਕਿਉਰਿਟੀ ਵਾਲੇ ਬਾਂਸਲ ਕੋਲ ਦੁਬਾਰਾ ਅਰਜ਼ੋਈ ਕਰਦੇ, ਮਾਧੋ ਹਰ ਰੋਜ਼ ਸਵੇਰੇ ਗਲ ਵਿੱਚ ਪਰਨਾ ਪਈ ਮੇਨ ਗੇਟ 'ਤੇ ਜਾ ਖੜ੍ਹਦਾ। ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਮੂਹਰੇ ਹੱਥ ਜੋੜ ਜੋੜ ਕੇ ਤਰਲੇ ਕਰਨ ਲੱਗਦਾ, ਉਹ ਸਾਊ, ਰੱਬ ਦਾ ਵਾਸਤਾ ਹੈ ਕੋਈ ਸੁਣੋ ਗਰੀਬ ਦੀ, ਨਰਥ ਹੋ ਜੂ ਭਾਈ ਦੇਵਤਿਆਂ ਨੂੰ ਵੱਢ ਕੇ, ਤ੍ਰਿਵੇਣੀ ਹੈ ਭਾਈ, ਕੋਈ ਹਾਈ ਮਾਈ ਨਹੀਂ, ਕੰਡੇ ਬੀਜ ਲਊ ਸਾਹਿਬ, ਕੋਈ ਸਮਝਾਓ ਸਾਊ ਉਹਨੂੰ, ਕੰਡੇ ਬੀਜ ਲੂ ਸਾਹਿਬ। ਕੰਡੇ ਵਾਲੇ ਫਿਕਰੇ ਤੋਂ ਸਿਕਿਉਰਿਟੀ ਚੁਕੰਨੀ ਹੋਈ ਤੇ ਮਾਧੋ ਦੇ ਤਰਲੇ ਮਿੰਨਤਾਂ ਉਹਦੀ ਮੂਰਖਤਾ ਬਣ ਕੇ ਗੂੰਜਣ ਲੱਗੇ। ਯੂਨੀਅਨ ਵਕਾਰ ਖੜਾ ਕਰ ਲਿਆ, ਪਾਗਲ ਸਾਲਾ, ਕਦੇ ਕੁੱਤੇ ਕਦੇ ਰੁੱਖ। ਕਿੱਥੇ ਦੱਦ ਲਾਤੀ ਜੋਸ਼ੀ ਨੇ। ਅਧਿਆਪਕਾਂ ਇਹਦਾ ਗੰਭੀਰ ਨੋਟਿਸ ਲਿਆ ਅਤੇ ਕੈਂਟੀਨ 'ਚ ਇਕੱਠੇ ਹੋਏ। ਗੱਲ ਮਾਮੂਲੀ ਨਹੀਂ, ਅਦਾਰੇ 'ਚ ਧਰਮ ਦੇ ਦਖਲ ਦੀ ਸੀ। ਮਾਰਕਸੀ ਵਿਚਾਰਧਾਰਾ ਨੂੰ ਵਧੇਰੇ ਤਕਲੀਫ ਹੋਈ। ਕਈਆਂ ਚੀਫ ਦੇ ਕੰਨ ਸੀਖੇ। ਸਰ ਦੁੱਕੀ ਦਾ ਬੰਦਾ ਜਨਾਬ ਨੂੰ ਚੈਲੰਜ ਕਰੇ, ਸਾਡੇ ਲਈ ਤਾਂ ਮਰਜਣ ਵਾਲੀ ਗੱਲ ਹੈ ਨਾ। ਸਭ ਤੋਂ ਵੱਧ ਕੈਮਿਸਟਰੀ ਦੇ ਹੈੱਡ ਪ੍ਰੋਫੈਸਰ ਝਾਅ ਨੂੰ ਤਕਲੀਫ हुई। चिंगारी है भाई, बूढ़ा मत समझ लेना उसे, एक तो चपड़ासी ऊपर से दलित। स्टूडेंट ने उठा लिया, तो आज त्रिवेणी, कल मंदिर, परसों गुरुद्वारा और तरसों मस्जिद, और फिर रुकेगा क्या? जरा सोचो बंधु, ये ज्ञान विज्ञान घुसड़ जाएगा जहाँ से निकला है। 16 अन्ने भा, पर वो साली त्रिवेणी है कित्थे, ये तां दसो। ਬੇਦੀ ਨੂੰ ਮੁੱਦੇ ਦਾ ਹੀ ਨਹੀਂ ਸੀ ਪਤਾ। ਬੇਦੀ ਨੂੰ ਕੀ, ਬਹੁਤਿਆਂ ਨੂੰ ਨਹੀਂ ਸੀ ਪਤਾ। ਕਿਸੇ ਮਾਲੀ ਨੂੰ ਪਤਾ ਨਹੀਂ ਕਦੋਂ ਤੇ ਕਿੱਥੇ, ਕਦੋਂ ਤੇ ਕਿਉਂ
ਨਿੱਕੇ ਨਿੱਕੇ ਕਿਸੇ ਮਾਲੀ ਨੇ ਪਤਾ ਨਹੀਂ ਕਦੋਂ ਤੇ ਕਿਉਂ ਨਿੱਕੇ ਨਿੱਕੇ ਰੁੱਖ ਲਾਏ ਸਨ, ਜੋ ਹੁਣ ਧਰਮ ਦੀ ਆਸਥਾ ਤੇ ਹਿੰਡ ਦੀ ਰੜਕ ਬਣੇ ਖੜੇ ਸਨ। ਤੀਜੇ ਦਿਨ ਕੁਝ ਪ੍ਰੋਫੈਸਰ ਟਹਿਲਣ ਦੇ ਪੱਜ ਭੱਠੇ ਵੱਲ ਗਏ ਤੇ ਤ੍ਰਿਵੇਣੀ ਦੀ ਥਾਂ ਕੋਈ ਵੱਡਾ ਮਸਲਾ ਦੇਖ ਕੇ ਪਰਤ ਆਏ। ਆਉਂਦਿਆਂ ਹੀ ਅਣਖ, ਸਿਧਾਂਤ ਅਤੇ ਹਿੰਡ ਵਾਲੇ ਅਨੇਕਾਂ ਸਿਰ ਜੁੜ ਗਏ। ਮਤਾ ਪਾਸ ਹੋਇਆ, ਇਸ ਤੋਂ ਪਹਿਲਾਂ ਕਿ ਮਾਮੂਲੀ ਚੁਆਤੀ ਭਾਂਬੜ ਬਣ ਕੇ ਕਿਤਾਬੀ ਸਿਧਾਂਤਾਂ ਨੂੰ ਲੂਹ ਕੇ ਰੱਖ ਦੇਵੇ, ਵਿਗਿਆਨਕ ਅਦਾਰੇ 'ਚ ਧਰਮ ਜ਼ਹਿਰ ਫੈਲਾਉਣ ਦੇ ਵਿਰੋਧ ਵਿੱਚ ਕਈ ਤਰ੍ਹਾਂ ਦੇ ਪੈਂਤੜੇ ਮੱਲ ਲਏ ਗਏ। ਚੀਫ ਉੱਤੇ ਰੁੱਖਾਂ ਦੀ ਛੇਤੀ ਵਢਾਈ ਬਾਰੇ ਦਬਾਅ ਪਾਇਆ ਗਿਆ ਤੇ ਮਾਧੋ ਦੀ ਛੁੱਟੀ। ਚੀਫ ਪਹਿਲਾਂ ਹੀ ਮਾਧੋ 'ਤੇ ਹੱਥ ਚੱਬਦਾ ਸੀ। ਉਹ ਸਾਡੇ ਮੁਖੀ ਨੂੰ ਮਾਧੋ ਖਿਲਾਫ ਕੋਈ ਚਾਰਜ ਸ਼ੀਟ ਤਿਆਰ ਕਰਨ ਨੂੰ ਕਿਹਾ। ਮੁਖੀ ਨੂੰ ਮਾਧੋ ਫੁੱਟੀ ਅੱਖ ਨਹੀਂ ਸੀ ਪਾਉਂਦਾ। ਇਸ ਮਾਮਲੇ 'ਚ ਮੁਖੀ ਛੁੱਟੀ ਲੈ ਕੇ ਘਰੇ ਬਹਿ ਗਿਆ। ਫਿਰ ਵੀ ਅਦਾਰੇ ਦੇ ਪ੍ਰਬੰਧਕੀ ਬਲਾਕ ਵਿੱਚੋਂ 2 ਫਾਈਲਾਂ ਤੁਰੀਆਂ। ਦਰੱਖਤਾਂ ਦੀ ਵਢਾਈ ਲਈ ਟੈਂਡਰ ਤੇ ਮਾਧੋ ਦੀ ਤੁਰੰਤ ਵਿਦਾਈ। ਚੀਫ ਨਾਲ ਹੋਈ ਗੁਪਤ ਮੀਟਿੰਗ ਅਨੁਸਾਰ ਬਾਂਸਲ ਨੇ ਪੰਪ ਆਪਰੇਟਰ ਸੰਜੂ ਯਾਦਵ ਨੂੰ ਹੀ ਇਸ ਮੁੱਦੇ ਅਧੀਨ ਭੁੱਖ ਹੜਤਾਲ ਤੇ ਬਿਠਾ ਦਿੱਤਾ ਕਿ ਮਾਧੋ ਨੇ 4th ਕਲਾਸ ਵਰਕਰਾਂ ਨੂੰ ਚੀਫ ਖਿਲਾਫ ਭੜਕਾ ਕੇ ਗੁੰਮਰਾਹ ਕੀਤਾ। ਸੰਜੂ ਨੂੰ ਲਾਲਚ ਦਿੱਤਾ ਗਿਆ ਕਿ ਉਸ ਨੂੰ ਟੈਂਪਰੇਰੀ ਤੋਂ ਪੱਕਾ ਕੀਤਾ ਜਾਊਗਾ। ਮਾਧੋ ਨੂੰ ਸੰਜੂ ਦੀ ਭੁੱਖ ਹੜਤਾਲ ਬਾਰੇ ਪਤਾ ਲੱਗਾ ਤਾਂ ਮਾਧੋ ਵੀ ਸੰਜੂ ਨਾਲ ਦਰੀ ਤੇ ਜਾ ਬੈਠਾ। ਸੰਜੂ ਕਿਹਾ, ਕੀ ਕਰਦਾ ਬਾਬਾ, ਮੇਰੀ ਤਾਂ ਮਜਬੂਰੀ ਹੈ ਤੇਰੇ ਖਿਲਾਫ ਭੁੱਖ ਹੜਤਾਲ ਤੇ ਬੈਠਾ, ਤੂੰ ਕਿਉਂ ਆ ਕੇ ਬਹਿ ਗਿਆ? ਵਾਹ ਓਏ ਸਾਊ, ਤੈਨੂੰ ਇਕੱਲੇ ਨੂੰ ਛੱਡ ਕੇ ਮੈਂ ਕਿਵੇਂ ਪਿੰਡ ਵਗ ਜਾ? ਤੂੰ ਜਾ ਬਾਲ ਬੱਚੇ ਕੋਲ, ਮੈਂ ਬਹਿਨਾ ਤੇਰੀ ਥਾਂ। ਥੋੜ੍ਹੀ ਦੂਰ ਖੜੇ ਯੂਨੀਅਨ ਦੇ ਵਰਕਰਾਂ ਨੇ ਸਭ ਸੁਣਿਆ ਤੇ ਦੰਗ ਰਹਿ ਗਏ। ਲੱਗਾ ਮਾਧੋ ਕੋਈ ਫਰਿਸ਼ਤਾ ਸੀ ਜਿਹਦਾ ਸਾਹਮਣਾ ਕਰਨਾ ਔਖਾ ਸੀ। ਦਰੀ ਤੇ ਆਪਦੇ ਹੀ ਖਿਲਾਫ ਮਾਧੋ ਪਿਆ ਸੀ, ਭੁੱਖਾ ਭਾਣਾ, ਬੇਫਿਕਰ, ਬੇਪਰਵਾਹ। ਯੂਨੀਅਨ ਵਰਕਰਾਂ ਕਿਹਾ, ਨਹੀਂ ਸਾਥੀ, ਮਾਧੋ ਖਿਲਾਫ ਨਹੀਂ। ਸਭ ਹੱਥ ਖੜੇ ਕਰ ਗਏ। ਪਤਾ ਹੀ ਨਾ ਲੱਗਾ ਕਦੋਂ ਅੱਧੀ ਰਾਤ ਮਾਧੋ ਨੂੰ ਸੁੱਤਾ ਛੱਡ ਭੁੱਖ ਹੜਤਾਲੀਏ ਦਰੀ ਵੀ ਸਮੇਟ ਕੇ ਲੈ ਗਏ। ਫੈਸਲਾ ਹੋਇਆ, ਚੁੱਪ ਚਪੀਤੇ ਤ੍ਰਿਵੇਣੀ ਵੱਢ ਕੇ ਫਸਤਾ ਵੱਢਿਆ ਜਾਵੇ। ਵਰਕਰਾਂ ਦਾ ਧਿਆਨ ਦੂਜੇ ਪਾਸੇ ਲਾਉਣ ਅਤੇ ਮਾਧੋ ਖਿਲਾਫ ਹਵਾ ਬਣਾਉਣ ਲਈ ਬਾਂਸਲ ਵੱਲੋਂ ਚੀਫ ਦੇ ਦਫ਼ਤਰ ਬਾਹਰ ਇੱਕ ਵੱਡੀ ਰੈਲੀ ਕੀਤੀ ਗਈ। ਧੂੰਆਂਧਾਰ ਭਾਸ਼ਣ ਹੋਏ, ਨਾਅਰੇ ਲਾਏ ਗਏ ਤੇ ਅੰਤ ਵਿੱਚ ਕਿਹਾ ਗਿਆ, ਸਾਥੀਓ, ਜਦੋਂ ਭੇਡਾਂ ਦਾ ਨੱਕ ਵਗਣ ਤੇ ਕੀੜੀਆਂ ਦੇ ਸੁਰਮਾ ਪਾਉਣ ਦੀ ਨੌਬਤ ਆ ਜਾਏ ਤਾਂ ਮਾਧੋ ਜਿਹੇ ਨਾਇਕ ਪੈਦਾ ਹੁੰਦੇ ਆ। ਲਓ ਸੁਣੋ। ਕਹਿੰਦੇ ਕੋਈ ਮਾਧੋ ਜਿਹਾ ਹੀਰੋ ਤੁਰਿਆ ਆਉਂਦਾ ਸੀ। ਅੱਗੇ ਪਿੰਡ ਇਕੱਠਾ ਹੋਇਆ। ਕਹਿੰਦਾ ਕੀ ਹੋਇਆ? ਲੋਕਾਂ ਕਿਹਾ ਬਾਂਦਰ ਹੈ ਇੱਕ, ਸਾਰੇ ਪਿੰਡ ਨੂੰ ਸੁੱਕਣਾ ਪਾਇਆ ਉਹਨੇ। ਕਹਿੰਦਾ ਕਿੱਥੇ ਆ ਬਾਂਦਰ? ਲੋਕਾਂ ਕਿਹਾ ਉਹ ਬੋਰਡ ਤੇ ਚੜਿਆ। ਕਹਿੰਦਾ ਪਿੰਡ ਕਿਉਂ ਇਕੱਠਾ ਹੋਇਆ? ਲੋਕਾਂ ਕਿਹਾ ਪਕੜ ਕੇ ਮਾਰਾਂਗੇ, ਜਿਉਣਾ ਹਰਾਮ ਕਰ ਰੱਖਿਆ ਸਾਲੇ ਨੇ। ਕਹਿੰਦਾ ਇੰਨੇ ਬੰਦਿਆਂ ਸਾਹਮਣੇ ਬਾਂਦਰ ਕੱਲਾ? ਲੋਕਾਂ ਕਿਹਾ ਹਾਂ ਕੱਲਾ। ਚੱਕ ਕੇ ਡਾਂਗ ਕਹਿੰਦਾ, ਲੈ ਫਿਰ ਮੈਂ ਆ ਬਾਂਦਰ ਕੰਨੀ, ਆਓ ਕਿਹੜਾ ਆਉਂਦਾ। ਹਾਸੜ ਨਾਲ ਅਸਮਾਨ ਗੂੰਜਿਆ ਤੇ ਗੱਲ ਆਈ ਗਈ ਹੋ ਗਈ। ਪਰ ਅੰਦਰ ਖਾਤੇ ਯੂਨੀਅਨ ਲਈ ਮਰਨ ਸੀ। ਦੁੱਕੀ ਤਿੱਕੀ ਬੰਦਾ ਸਾਲਾ ਗਾਂਧੀ ਬਣਿਆ ਫਿਰਦਾ। ਸ਼ਾਮੀ ਪਿੰਡ ਜਾਣ ਲੱਗਾ, ਮਾਧੋ ਨੂੰ ਗੇਟ ਤੇ ਰੂੜਾ ਝਿਓਰ ਤੇ ਨਿੰਮਾ ਸੈਣੀ ਮਿਲੇ। ਦੋਵੇਂ ਮਾਧੋ ਦੀ ਡਰਾਈਵਰੀ ਵੇਲੇ ਦੇ ਵਾਕਿਫ ਸਨ। ਸਾਊ ਤੁਸੀਂ ਕਿਵੇਂ? ਮਾਧੋ ਪੁੱਛਿਆ। ਉਹਨਾਂ ਦੱਸਿਆ, ਅੱਜ ਕੱਲ੍ਹ ਉਹ ਲੱਕੜੀ ਦੇ ਠੇਕੇਦਾਰ ਭੰਗੂ ਕੋਲ ਵਾਢਿਆਂ ਦਾ ਕੰਮ ਕਰਦੇ ਸਨ। ਇਹ ਵੀ ਦੱਸਿਆ ਕੱਲ੍ਹ ਅਦਾਰੇ ਦੀ ਪਿਛਲੀ ਝੰਗੀ 'ਚ ਲਾਉਣਗੇ ਵਾਢ। ਮਾਧੋ ਖੜਾ ਖੜੋਤਾ ਕੰਬਿਆ ਤੇ ਬਹਿ ਗਿਆ। ਪਾਣੀ ਦੀ ਤਲਬ ਮਹਿਸੂਸ ਹੋਈ। ਮੇਨ ਗੇਟ ਤੋਂ ਕੁਝ ਹਟਵੇਂ ਉਹਨੂੰ ਭੋਏ 'ਤੇ ਬੈਠੇ ਕਈਆਂ ਨੇ ਦੇਖਿਆ, ਪਰ ਗੌਲਿਆ ਨਾ। ਉਹ ਤੋਂ ਸਾਈਕਲ ਖੜਾ ਕਰਨ ਦੀ ਹਿੰਮਤ ਵੀ ਨਹੀਂ ਸੀ ਹੋਈ। ਸੋਚਿਆ, ਇੰਨੇ ਦਿਨ ਹੋ ਗਏ ਮਿੰਨਤਾਂ ਕਰਦਿਆਂ, ਲਿਲਕੜੀਆਂ ਕੱਢਦਿਆਂ, ਫਿਰ ਵੀ ਦੇਵਤਿਆਂ ਨੂੰ ਵੱਢ ਦੇਣਗੇ। ਉਹਨੇ ਲੱਕ ਟੁੱਟਿਆ ਮਹਿਸੂਸ ਕੀਤਾ ਤੇ ਅੱਖਾਂ ਵਿੱਚ ਅੱਥਰੂ ਭਰ ਆਇਆ। ਉਹਦਾ ਪਿੰਡ ਇੱਕ ਤਰ੍ਹਾਂ ਅਦਾਰੇ ਦੇ ਪੈਰਾਂ ਵਿੱਚ ਸੀ। ਉਸ ਦਿਨ ਲੱਗਿਆ ਬਹੁਤ ਦੂਰ ਸੀ। ਉਹ ਡਿੱਗਦਾ ਢਹਿੰਦਾ ਘਰ ਗਿਆ ਤਾਂ ਅੱਕੋ ਨੇ ਪੁੱਛਿਆ, ਕੀ ਹੋਇਆ? ਨਰਥ ਹੋ ਗਿਆ ਸਾਊ, ਦੇਵਤੇ ਵੱਢੇ ਗਏ ਅੱਖਾਂ ਸਾਹਮਣੇ। ਅੱਕੋ ਜਾਣਦੀ ਸੀ ਬਾਪੂ ਨਿੱਕੀ ਨਿੱਕੀ ਗੱਲ ਦਿਲ ਤੇ ਲਾ ਬਹਿੰਦਾ ਸੀ। ਉਸ ਢਾੜਸ ਦਿੱਤੀ, ਰਾਮ ਰਾਮ ਕਰ ਜੀ, ਐਂ ਕਿਤੇ ਦਿਓਤੇ ਮਰਦੇ ਆ? ਕਲਯੁੱਗ ਹੈ ਸਾਊ, ਇਹਦੇ 'ਚ ਤਾਂ ਦਿਓਤੇ ਹੀ ਮਰਦੇ ਆ। ਰੋਟੀ ਖਾਣ ਲੱਗਾ ਤਾਂ ਬੁਰਕੀ ਅੰਦਰ ਨਾ ਲੰਘੀ। ਕੋਠੇ 'ਤੇ ਜਾ ਕੇ ਪੈ ਗਿਆ। ਜੀ ਚਾਈ ਕਿੰਨੀ ਭੁੱਲ ਹੋਈ, ਇੱਕ ਵਾਰ ਦੋਤਿਆਂ ਨੂੰ ਮੱਥਾ ਟੇਕ ਕੇ ਭੁੱਲ ਤਾਂ ਬਖਸ਼ਾ ਲੈਂਦਾ, ਪਾਪ ਨਾ ਲੱਗਦਾ।
ਮੂੰਹ ਚੁੱਕ ਕੇ ਚਲਾ ਆਇਆ। ਮਨ ਪਛਤਾਵੇ ਨਾਲ ਭਰ ਗਿਆ। ਉੱਠ ਕੇ ਬਹਿ ਗਿਆ ਜਿਵੇਂ ਡਰ ਲੱਗਿਆ ਹੋਵੇ। ਦਿਲ ਦਹਿਲ ਗਿਆ। ਅੱਗੋਂ ਵਿਹੜੇ 'ਚ ਭਾਂਡੇ ਟਿੰਡਰ ਦੇ ਆਰਚ ਸੀ, ਉਹ ਧਾ ਕੇ ਉੱਠਿਆ। ਮਲਕੜੇ ਜਿਹੇ ਨਿੰਮ ਥੱਲਿਓਂ ਸਾਈਕਲ ਚੁੱਕਿਆ। ਪਈ ਪੈਂਦਾ ਸਕੂਲ ਵਾਲਾ ਮੋੜ ਪਰਤ ਗਿਆ। ਪਹਿਲਾਂ ਬੀਰ ਜਲਾਏ ਕੇ ਜਾ ਖੜਿਆ, ਫਿਰ ਤਾਰੇ ਮਾਰ ਕੇ ਘਰ ਮੂਹਰੇ। ਇਸ ਤੋਂ ਬਾਅਦ ਕੀ ਹੋਇਆ ਉਹਨੂੰ ਯਾਦ ਨਹੀਂ। ਹਰ ਰੋਜ਼ ਵਾਂਗੂ ਦਿਨ ਚੜ੍ਹਿਆ। ਸੂਰਜ ਧਰਤੀ 'ਤੇ ਉਤਰਿਆ। ਇਸ ਤੋਂ ਪਹਿਲਾਂ ਕਿ ਅਦਾਰੇ ਵਿੱਚ ਕਰਮਚਾਰੀਆਂ ਦਾ ਹਜੂਮ ਵੜਦਾ, ਵਾਢਿਆਂ ਨੂੰ ਹਮਾਇਤ ਸੀ, ਤਦ ਤੱਕ ਤ੍ਰਿਵੇਣੀ ਦਾ ਨਾਂ ਨਿਸ਼ਾਨ ਨਹੀਂ ਰਹਿਣਾ ਚਾਹੀਦਾ। ਵਾਢੇ ਸੰਦਾਂ ਨਾਲ ਧਾ ਕੇ ਤ੍ਰਿਵੇਣੀ ਵੱਲ ਆਏ। ਕਾਹਲੀ ਨਾਲ ਰੁੱਖਾਂ ਦੀ ਝਿੜੀ 'ਚੋਂ ਤ੍ਰਿਵੇਣੀ ਦਾ ਰੁੱਖ ਲੱਭਿਆ। ਨੇੜੇ ਆਏ ਤਾਂ ਠਿਠਕ ਗਏ। ਡਰ ਕੇ ਦੂਰ ਜਾ ਖੜ੍ਹੇ। ਹੱਥ ਜੋੜ ਮੱਥਾ ਟੇਕਿਆ ਤੇ ਮੂੰਹ ਵਿੱਚ ਰੱਬ ਧਿਆਇਆ। ਸ਼ੁਕਰ ਕੀਤਾ, ਪਾਪ ਹੁਣੋਂ ਬਚ ਗਿਆ। ਤ੍ਰਿਵੇਣੀ ਦੁਆਲੇ ਕੱਚੇ ਸੂਤ ਦੀ ਪੂਰੀ ਅੱਟੀ ਦੇ ਤੰਦ ਲਪੇਟੇ ਪਏ ਸਨ। ਰੁੱਖ ਦੇ ਮੁੱਢ ਨੂੰ ਦੇਵਤਿਆਂ ਦੇ ਪੈਰ ਸਮਝ ਕੇ ਧੋਤਾ ਗਿਆ ਸੀ। ਤ੍ਰਿਵੇਣੀ ਦੇ ਮੁੱਢ ਨੇੜੇ ਗਲ ਨਾਲ ਮੌਲੀ ਵੱਜੀ ਕੋਰਾ ਕੁੱਜਾ ਪਾਣੀ ਦਾ ਭਰਿਆ ਇੱਟਾਂ 'ਤੇ ਪਿਆ ਸੀ ਤੇ ਥੋੜ੍ਹੀ ਦੂਰ ਮਾਧੋ ਘੂਕ ਸੁੱਤਾ ਪਿਆ ਸੀ। ਵਾਢਿਆਂ ਨੂੰ ਝੰਗੀ ਵੱਲ ਜਾਂਦੇ ਵੇਖ ਕੁਆਟਰਾਂ ਦੇ ਇੱਕ ਦੋ ਲੋਕ ਵੀ ਪਿੱਛੇ ਪਿੱਛੇ ਚਲੇ ਆਏ ਸਨ। ਉਹ ਵੀ ਤ੍ਰਿਵੇਣੀ ਦਾ ਨਵਾਂ ਰੂਪ ਦੇਖ ਕਾਹਲੀ ਨਾਲ ਪਰਤੇ ਤੇ ਕੁਆਟਰਾਂ 'ਚ ਜਾ ਕੇ ਰੌਲਾ ਚੱਕ ਦਿੱਤਾ। ਜਦ ਤੱਕ ਅਫਸਰਾਂ ਤੇ ਚੀਫ ਤੱਕ ਗੱਲ ਅੱਪੜੀ, ਕੁਆਟਰਾਂ ਵਾਲਿਆਂ ਵਿੱਚੋਂ ਕਿਸੇ ਨੇ ਅਗਰਬੱਤੀਆਂ ਦੀ ਪੂਰੀ ਡੱਬੀ ਲਿਆ ਧੁਖਾਈ ਤੇ ਪ੍ਰਧਾਨ ਸ਼ੋਰੀ ਨੇ ਸੰਧੂਰ ਦਾ ਵੱਡਾ ਥਾਪਾ ਲਾ ਦਿੱਤਾ। ਮੈਂ ਦੇਖਿਆ ਕਈ ਅੰਦਾਜ਼ਾ ਲਗਾ ਰਹੇ ਸਨ, ਛੁੱਟੀ ਮਗਰੋਂ ਤਾਂ ਮਾਧੋ ਪਿੰਡ ਚਲਾ ਗਿਆ ਸੀ, ਕਦੋਂ ਵਾਪਸ ਆਇਆ, ਕਿਵੇਂ ਉਹ ਉੱਚੀ ਦੀਵਾਰ ਟੱਪ ਕੇ ਅੰਦਰ ਵੜਿਆ ਤੇ ਕਦੋਂ ਦੇਵਤੇ ਮਣਸ ਕੇ ਸੌਂ ਗਿਆ। ਰੌਲਾ ਸੁਣ ਕੇ ਮਾਧੋ ਉੱਠ ਖੜਿਆ। ਇਕੱਠ ਵੇਖ ਉਹਦਾ ਦਿਲ ਦਹਿਲ ਗਿਆ। ਉਹਨੂੰ ਲੱਗਾ ਕੋਈ ਬਹੁਤ ਵੱਡੀ ਭੁੱਲ ਹੋ ਗਈ। ਉਸਮਾਨੀ ਮਨ ਦੇਵਤੇ ਧਿਆਏ ਤੇ ਆਪਣੇ ਆਪ ਨੂੰ ਹੜ ਸਜ਼ਾ ਲਈ ਤਿਆਰ ਕਰਦੇ ਹੋਏ ਹੱਥ ਜੋੜ ਲਏ। ਅਦਾਰੇ ਦੀ ਹਵਾ ਵਿੱਚ ਜਿਵੇਂ ਮਹਾਂ ਖਤਰੇ ਦਾ ਹੂਟਰ ਵੱਜਿਆ। ਰਜਿਸਟਰਾਰ, ਚੀਫ, ਯੂਨੀਅਨ ਨੇਤਾ, ਅਧਿਆਪਕ ਅਤੇ ਸਿਕਿਉਰਿਟੀ ਗਾਰਡ ਹਨੇਰੀ ਵਾਂਗੂ ਦੌੜਦੇ ਆਏ। ਪੂਰਾ ਹਜੂਮ। ਹਰ ਕੋਈ ਆਉਂਦਾ, ਇੱਕ ਦੂਜੇ ਵੱਲ ਵੇਂਹਦਾ ਤੇ ਚੁੱਪ ਕਰਕੇ ਦੂਰ ਜਾ ਖੜ੍ਹਦਾ। ਸਭ ਦਾ ਅੰਦਰੇ ਅੰਦਰ ਲਹੂ ਖੌਲਣ ਲੱਗਦਾ। ਇੱਧਰ ਸਭ ਅਵਾਕ ਅਤੇ ਸਾਹਮਣੇ ਹੱਥ ਜੋੜੀ ਖੜ੍ਹਾ ਮਾਧੋ। ਮਾਮੂਲੀ ਜਿਹੇ ਆਦਮੀ ਸਾਹਮਣੇ। ਅਫਸਰਸ਼ਾਹੀ, ਯੂਨੀਅਨਾਂ, ਸਿਧਾਂਤ ਅਤੇ ਗਿਆਨ ਵਿਗਿਆਨ ਸਭ ਮਿੱਟੀ ਹੋਏ ਪਏ ਸਨ। ਤ੍ਰਿਵੇਣੀ ਨੂੰ ਟੱਕ ਲਾਉਣਾ ਤਾਂ ਦੂਰ, ਚੁਫੇਰੇ ਵਲੇ ਹੋਏ ਕੱਚੇ ਤੰਦ ਨੂੰ ਤੋੜਨ ਦੀ ਵੀ ਕਿਸੇ ਦੀ ਹਿੰਮਤ ਨਹੀਂ ਸੀ। ਅਚਾਨਕ ਲੋਕਾਂ ਦੇਖਿਆ, ਕੁਆਟਰਾਂ ਵੱਲੋਂ ਕੁਝ ਔਰਤਾਂ ਥਾਲੀਆਂ ਚੁੱਕੀ ਆ ਰਹੀਆਂ ਸਨ। ਇਸ ਤੋਂ ਪਹਿਲਾਂ ਕਿ ਕੁਝ ਹੋਰ ਵਾਪਰਦਾ, ਗੁੱਸੇ ਨਾਲ ਚੀਫ ਮੁੜਿਆ, ਹਕਾਰਤ ਨਾਲ ਜ਼ਮੀਨ 'ਤੇ ਥੁੱਕਿਆ ਤੇ ਫੈਸਲਾ ਕੀਤਾ, ਹੁਣੇ ਇਸ ਮਾਧੋ ਦਾ ਫਸਤਾ ਵੱਢੇਗਾ। ਜਿਵੇਂ ਹੀ ਉਹ 2 ਕਦਮ ਤੁਰਿਆ, ਲੱਗਾ ਉਹ ਸਿਰਫ ਇਸ ਪੀਅਨ ਮਾਧੋ ਨੂੰ ਕੱਢ ਸਕਦਾ ਸੀ। ਤ੍ਰਿਵੇਣੀ ਦੇ ਪੱਤੇ ਪੱਤੇ ਵਿੱਚ ਜਾ ਬੈਠੇ ਨੂੰ ਕਿਵੇਂ ਕੱਢੇਗਾ। ਉਹਨੇ ਪਰਤ ਕੇ ਇੱਕ ਵਾਰੀ ਫਿਰ ਉਵੇਂ ਹੱਥ ਜੋੜੀ ਖੜ੍ਹੇ ਮਾਧੋ ਨੂੰ ਨਫ਼ਰਤ ਨਾਲ ਦੇਖਿਆ। ਅਗਲੇ ਪਲ ਲੱਗਾ ਉਹ ਕਿਸੇ ਐਸੀ ਚੱਟਾਨ ਨੂੰ ਦੇਖ ਰਿਹਾ ਸੀ ਜਿਹਦੀਆਂ ਜੜ੍ਹਾਂ ਅੱਜ ਦੇ ਯੁੱਗ ਵਿੱਚ ਵੀ ਬਹੁਤ ਡੂੰਘੇ ਪਤਾਲ ਵਿੱਚ ਸਨ। ਸੋ ਜੀ, ਇਹ ਸੀ ਕਹਾਣੀ ਮਿੱਟੀ ਦਾ ਮਾਧੋ, ਜਿਹਦੇ ਲੇਖਕ ਨੇ ਕਿਰਪਾਲ ਕਜ਼ਾਕ ਜੀ। ਧੰਨਵਾਦ।